ਟੀਵੀ ਪੰਜਾਬੀ ਦੁਨੀਆ ਦੇ ਪ੍ਰਾਈਮ ਟਾਈਮ ਸ਼ੋਅ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਕਰਦੇ ਹਾਂ ਨਿੱਘਾ ਸਵਾਗਤ। ਨਾਲ ਹੀ ਸਵਾਗਤ ਕਰਦੇ ਹਾਂ ਆਪਾਂ ਸੁਸ਼ੀਲ ਦਸਾਂਝ ਹੋਰਾਂ ਦਾ, ਚੰਡੀਗੜ੍ਹ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਨੇ। ਦਸਾਂਝ ਸਾਹਿਬ, ਮੈਂ ਇੱਕ ਚੀਜ਼, ਅੱਜ ਇੱਕ ਦੋਸਤ ਦਾ ਫੋਨ ਆਇਆ ਮੈਨੂੰ ਅਮਰੀਕਾ ਤੋਂ, ਅਤੇ ਉਹ ਹੈ ਤਾਂ ਉਹਨਾਂ ਦੀ ਪਰਸਨਲ ਮਸਲਾ, ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਸ਼ਾਇਦ ਤੁਸੀਂ ਬਹੁਤ ਸਾਰਾ ਸੋਸ਼ਲ ਕੰਮਾਂ ਦੇ ਵਿੱਚ ਇਨਵੋਲਵ ਰਹਿੰਦੇ ਹੋ। ਉਹ ਕਹਿ ਰਹੇ ਸੀ ਕਿ ਉਹਨਾਂ ਦਾ ਇੱਕ ਭਾਣਜਾ ਆ, ਉਹ ਅਮਰੀਕਾ ਬੈਠੇ ਹੋਏ ਨੇ, ਅਤੇ ਉਹਨਾਂ ਦਾ ਭਾਣਜਾ ਆ ਉਹ ਜਲੰਧਰ ਵਿੱਚ ਹੈ, ਅਤੇ ਉਹਨਾਂ ਦੀ ਸ਼ਾਦੀ ਹੋਣੀ ਸੀਗੀ 11 ਜਿਹੜੀ ਫਰਵਰੀ ਆਉਣ ਵਾਲੀ ਆ, ਅਤੇ ਲੜਕੀ ਹੈਗੀ ਆ ਕ੍ਰਿਸਚਨ, ਅਤੇ ਉਹ ਵੀ ਕਿਸੇ ਬਾਹਰਲੇ ਮੁਲਕ 'ਚੋਂ ਗਈ ਆ, ਸ਼ਾਇਦ ਮੈਕਸੀਕੋ ਤੋਂ 7 ਤਰੀਕ ਨੂੰ ਉਹਨੇ ਇੰਡੀਆ ਜਾਣਾ ਸੀਗਾ। ਅਤੇ ਗੁਰਦੁਆਰੇ ਵਾਲਿਆਂ ਨੇ ਮਨਾ ਕਰ ਦਿੱਤਾ ਜੀ, ਕਿਉਂਕਿ ਗੈਰ ਸਿੱਖ ਲੜਕੀ ਆ, ਕ੍ਰਿਸਚਨ ਆ। ਅਸੀਂ ਕਹਿੰਦੇ ਤਾਂ ਇਹ ਆ ਕਿ ਜਿਹੜੇ ਘੱਟੋ ਘੱਟ ਸਿੱਖ ਧਰਮ ਦੇ ਗੁਰੂ ਘਰ ਨੇ, ਉਹਨਾਂ ਦੇ 4 ਦਰਵਾਜ਼ੇ ਚਾਰਾਂ ਕੂਟਾਂ ਮਤਲਬ ਵਰਨਾਂ ਲਈ ਖੁੱਲ੍ਹੇ ਆ, ਅਤੇ ਇਹ ਕਿਹੋ ਜਿਹਾ ਮਤਲਬ ਢਾਂਚਾ ਬਣਦਾ ਜਾ ਰਿਹਾ ਆ ਕਿ ਕ੍ਰਿਸਚਨ ਲੜਕੀ ਆ, ਅਤੇ ਇਸ ਕਰਕੇ ਗੁਰਦੁਆਰੇ 'ਚ ਉਹਦਾ ਲਾਵਾਂ ਫੇਰੇ ਲੈਣੇ ਜਿਹੜੇ ਆ ਉਹ ਠੀਕ ਨਹੀਂ, ਅਤੇ ਅਸੀਂ ਇੱਦਾਂ ਨਹੀਂ ਕਰ ਸਕਦੇ। ਹਾਂ, ਉਸ ਸੂਰਤ 'ਚ ਕਰ ਸਕਦੇ ਆ ਕਿ ਜੋ ਲੜਕੀ ਪਹਿਲਾਂ ਕਿ ਸਿੱਖ ਧਰਮ ਧਾਰਨ ਕਰੇ ਅਤੇ ਉਹਦੇ ਮਾਪੇ ਉਹਦੀ ਰਜਾਮੰਦੀ ਨਾਲ ਦੇਣ, ਅਤੇ ਫਿਰ ਜਿਹੜਾ ਵਾ ਗੁਰਮਰਿਆਦਾ ਮੁਤਾਬਕ ਫੇਰੇ ਹੋ ਸਕਦੇ ਆ। ਇਹ ਕਿਹੋ ਜਿਹਾ ਧਰਮ ਪ੍ਰਚਾਰ ਆ? ਕੀ ਇਹ ਲੀਗਲੀ ਠੀਕ ਹੈ ਜਾਂ ਗਲਤ ਹੈ? ਦੇਖੋ, ਪਤਾ ਕੀ ਆ ਜੀ, ਅਸਲ ਦੇ ਵਿੱਚ ਕਿਸੇ ਇੱਕ ਧਾਰਮਿਕ ਅਦਾਰੇ ਜਾਂ ਇੱਕ ਗੁਰੂ ਘਰ ਦੇ ਵਿੱਚ ਜਦੋਂ ਇਦਾਂ ਦੀ ਘਟਨਾ ਵਾਪਰਦੀ ਹੈ, ਤੇ ਸਾਨੂੰ ਲੱਗਦਾ ਵੀ ਪਤਾ ਨਹੀਂ ਇਹ ਸਾਡੀ ਮਰਿਆਦਾ ਆ, ਉਹ ਮਰਿਆਦਾ ਦਾ ਪਾਲਣ ਉਹ ਕਹਿ ਲਓ ਕੋਈ ਉਹ ਕਰ ਰਹੇ ਆ, ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਹਿ ਲਓ ਵੀ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇੰਸਟੀਟਿਊਸ਼ਨਲ ਲੈਵਲ ਦੇ ਉੱਤੇ ਸ਼ਾਇਦ ਇੱਦਾਂ ਦੀਆਂ ਹਦਾਇਤਾਂ ਜਾਰੀ ਹੋਈਆਂ। ਇੱਦਾਂ ਦਾ ਕੁਝ ਵੀ ਨਹੀਂ ਹੈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸ਼ਾਦੀਆਂ, ਬਹੁਤ ਸਾਰੇ ਵਿਆਹ ਮੈਂ ਦੇਖੇ ਆ ਜਿੱਥੇ ਜਿਹੜੇ ਆ ਵੱਖਰੇ ਵੱਖਰੇ ਧਰਮਾਂ ਦੇ ਲੋਕ ਜਿਹੜੇ ਆ ਉਹਨਾਂ ਦੇ ਬੱਚੇ ਜਿਹੜੇ ਆ ਉਹ ਵਿਆਹ ਕਰਵਾਉਂਦੇ ਰਹੇ ਆ। ਮੈਂ 2-4 ਇੱਦਾਂ ਦੇ ਵਿਆਹਾਂ ਦੇ ਵਿੱਚ ਸ਼ਾਮਿਲ ਵੀ ਹੋਇਆ। ਜਰਮਨ ਤੋਂ ਇੱਕ ਲੜਕੀ ਆਈ ਤੇ ਸਾਡਾ ਪੰਜਾਬੀ ਮੁੰਡਾ ਮੇਰਾ ਦੋਸਤ ਸੀ, ਉਹਨੇ ਵਿਆਹ ਕੀਤਾ ਫਗਵਾੜੇ, ਕਿਸੇ ਨੇ ਨਹੀਂ ਰੋਕਿਆ, ਬੜਾ ਵਧੀਆ ਗੁਰੂ ਘਰ ਦੇ ਵਿੱਚ ਵਿਆਹ ਹੋ ਗਿਆ। ਅਸਲ 'ਚ ਕੋਈ ਇੱਕ ਵਿਅਕਤੀ ਕਈ ਵਾਰੀ ਏਦਾਂ ਦੀ ਕੋਤਾਹੀ ਕਰਦਾ ਹੈ ਜਾਂ ਉਹਦੇ 'ਚ ਇੰਨੀ ਕੱਟੜਤਾ ਹੁੰਦੀ ਹੈ, ਤੇ ਉਹ ਫਿਰ ਖਬਰ ਬਣ ਜਾਂਦੀ ਹੈ, ਤੇ ਸਾਨੂੰ ਇਹ ਲੱਗਦਾ ਵੀ ਪਤਾ ਨਹੀਂ ਇਹ ਸਾਡੇ ਧਰਮ ਦੇ ਵਿੱਚ ਸ਼ਾਇਦ ਸਾਡੀ ਮਰਿਆਦਾ ਦੇ ਮੁਤਾਬਕ ਉਹਨੇ ਕੋਈ ਏਦਾਂ ਦਾ ਐਕਸ਼ਨ ਲਿਆ। ਏਦਾਂ ਦਾ ਕੁਝ ਨਹੀਂ ਹੈ। ਤੇ ਇਹ ਅਸਲ 'ਚ ਉਸ ਵਿਅਕਤੀ ਜਿਹੜਾ ਉੱਥੇ ਦਾ ਪ੍ਰਬੰਧਕੀ ਕਹਿ ਲਓ ਵੀ ਉਹਦਾ ਅਹੁਦੇਦਾਰ ਹੋਏਗਾ, ਉਹਦੀ ਜ਼ਿੱਦ ਹੋ ਸਕਦੀ ਆ, ਉਹਦੀ ਅਕਲ ਦਾ ਜਨਾਜ਼ਾ ਹੋ ਸਕਦਾ ਇਹ। ਉੱਦਾਂ ਤੁਹਾਨੂੰ ਵੀ ਪਤਾ ਵੀ ਸਾਡੇ ਇੱਥੇ ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਵਿਆਹ ਏਦਾਂ ਦੇ ਹੁੰਦੇ ਆ ਜਿਹਦੇ 'ਚ ਵੱਖ-ਵੱਖ ਲੋਕ, ਵੱਖ-ਵੱਖ ਨੇਸ਼ਨਸ ਦੇ ਲੋਕ ਜਿਹੜੇ ਆ, ਵੱਖ-ਵੱਖ ਮੁਲਕਾਂ ਦੇ ਲੋਕ ਆ ਕੇ ਵੀ ਸਾਡੇ ਪੰਜਾਬੀਆਂ ਨਾਲ ਜਦੋਂ ਵਿਆਹ ਕਰਦੇ ਆ ਤਾਂ ਬੜੇ ਸੋਹਣੇ ਸਿਰੇ ਚੜ੍ਹਦੇ ਆ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪਰ ਬਦਨਾਮੀ ਸਾਰਿਆਂ ਦੇ ਪੱਲੇ ਪੈ ਜਾਂਦੀ ਹੈ। ਇਹ ਗੱਲ ਕੋਈ ਏਡੀ ਸਧਾਰਨ ਨਹੀਂ ਆ। ਤੁਸੀਂ ਆਪ ਹਿਸਾਬ ਲਾਓ ਵੀ ਜੇ ਲੜਕੀ ਨੇ ਅਮਰੀਕਾ ਤੋਂ ਜਾਂ ਮੈਕਸੀਕੋ ਤੋਂ ਸਪੈਸ਼ਲੀ ਵਿਆਹ ਕਰਾਉਣ ਜਾਣਾ ਆ, ਤੇ ਉਹਨਾਂ ਦਾ ਪਰਿਵਾਰ ਜਿਹੜਾ, ਦੋਨੇ ਪਰਿਵਾਰ ਕਿੰਨੇ ਕੁ ਡਿਸਟਰਬ ਹੋਏ ਹੋਣਗੇ ਜਦੋਂ 11 ਤਰੀਕ ਨੂੰ ਸ਼ਾਦੀ ਆ, ਤੇ ਅੱਜ ਉਹਨਾਂ ਨੂੰ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਨਹੀਂ ਜੀ ਤੁਸੀਂ ਗੁਰਦੁਆਰੇ 'ਚ ਸ਼ਾਦੀ ਨਹੀਂ ਕਰ ਸਕਦੇ। ਅਤੇ ਦੂਜੀ ਗੱਲ, ਮੈਂ ਉਹਨਾਂ ਨੂੰ ਇਹ ਸਲਾਹ ਦਿੱਤੀ ਸੀਗੀ ਕਿ ਬੱਚਿਆਂ ਦੀ ਉਮਰ ਕਿੰਨੀ ਆ। ਉਹਨਾਂ ਦੱਸਿਆ ਨਹੀਂ, ਉਮਰ ਤਾਂ ਉਹਨਾਂ ਦੀ 30 ਸਾਲ ਵੀ ਟੱਪੀ ਹੋਈ ਆ, ਸ਼ਾਇਦ 32 ਸਾਲ ਆ। ਅਤੇ ਇੱਕ ਭਾਰਤ ਦਾ ਸੰਵਿਧਾਨ ਇਹ ਆਗਿਆ ਦਿੰਦਾ ਹੈ ਕਿ ਜੇ ਬੱਚੇ ਬਾਲਗ ਨੇ ਦੋਨੇ, ਅਤੇ ਉਹਨਾਂ ਦੇ ਘਰ ਦੇ ਵੀ ਈਵਨ ਰਜਾਮੰਦ ਨਾ ਹੋਣ, ਅਤੇ ਸਗੋਂ ਮੈਂ ਤਾਂ ਖਬਰਾਂ ਪੜ੍ਹਦੇ ਰਿਹਾ ਕਿ ਹਾਈ ਕੋਰਟ ਨੂੰ ਪ੍ਰੋਟੈਕਸ਼ਨ ਦਿੰਦੀ ਰਹੀ ਆ। ਜਿਹੜੀਆਂ ਅਸੀਂ ਔਨਰ ਕਿਲਰ ਜਿਹੜੀਆਂ ਹੁੰਦੀਆਂ, ਉਹਦਾ ਮਸਲਾ ਖਾਸ ਕਰਕੇ ਹਰਿਆਣੇ 'ਚ ਵੇਖਦੇ ਰਹੇ ਹਾਂ। ਅਤੇ ਕੀ ਕਾਰਨ ਹੈ? ਕਹਿੰਦੇ ਆ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਡਿਸਟ੍ਰਿਕਟ ਮੈਜਿਸਟ੍ਰੇਟ ਕੋਲ ਜਾ ਕੇ ਸ਼ਾਦੀ ਰਜਿਸਟਰਡ ਕਰਵਾ ਲਓ। ਉਹ ਕਹਿੰਦੇ ਨਹੀਂ ਜੀ, ਉਹ ਕਹਿੰਦੇ ਆ ਕਿ ਪਹਿਲਾਂ ਤੁਹਾਡੇ ਪ੍ਰਥਾ ਆ ਗੁਰਦੁਆਰੇ 'ਚ ਵਿਆਹ ਕਰਨ ਦੀ, ਅਤੇ ਪਹਿਲਾਂ ਗੁਰਦੁਆਰੇ ਦਾ ਸਰਟੀਫਿਕੇਟ ਲਿਆਓ, ਫਿਰ ਰਜਿਸਟ੍ਰੇਸ਼ਨ ਹੋਏਗੀ। ਪਰ ਮੇਰਾ ਤੇ ਏਦਾਂ ਦੀ ਕੋਈ ਨਹੀਂ, ਹਾਂਜੀ ਏਦਾਂ ਦੀ ਕੋਈ ਦਿੱਕਤ ਨਹੀਂ। ਪਤਾ ਨਹੀਂ ਕਿਉਂ ਇਹ ਦੇਖੋ ਸਾਡੇ ਜਿਹੜੇ ਲੋਕ ਆ ਨਾ ਥੱਲੇ ਇੱਥੇ, ਇਹਨਾਂ ਨੂੰ ਪਤਾ ਹੀ ਕੱਖ ਨਹੀਂ ਹੈਗਾ। ਜਿਹੜੇ ਈਵਨ ਜਿਹੜੇ ਸਰਕਾਰੀ ਦਫ਼ਤਰਾਂ 'ਚ ਵੀ ਲੋਕ ਕੰਮ ਕਰਦੇ ਆ, ਇਹ ਆਪਣੇ ਕੋਲੋਂ ਹੀ ਆਪਣੇ ਅਸੂਲ ਕਰ ਲੈਂਦੇ ਆ ਵੀ ਪਹਿਲਾਂ ਤੁਸੀਂ ਫਲਾਣੇ ਥਾਂ ਜਾ ਕੇ ਆਓ, ਮੰਦਿਰ 'ਚ ਜਾ ਕੇ ਵਿਆਹ ਕਰਾ ਕੇ ਆਓ, ਗੁਰਦੁਆਰੇ 'ਚ ਕਰਾ ਕੇ ਆਓ ਤਾਂ ਰਜਿਸਟ੍ਰੇਸ਼ਨ ਹੋਏਗੀ। ਇਹ ਕਿਵੇਂ ਹੋ ਸਕਦਾ? ਕਾਨੂੰਨ ਦੇ ਇੱਥੇ ਹਾਈ ਕੋਰਟ ਤੱਕ ਆਪਾਂ ਬਹੁਤ ਸਾਰੇ ਕੇਸ ਦੇਖੇ ਆ। ਹਾਈ ਕੋਰਟ 'ਚ ਅਕਸਰ ਮਹੀਨੇ ਦੇ ਵਿੱਚ 5-7-10 ਜੋੜੇ ਆਉਂਦੇ ਆ,
ਜਿਹੜੇ ਆ ਕੇ ਸਿੱਧੇ ਵਿਆਹ ਵਾਸਤੇ ਅਪਲਾਈ ਕਰਦੇ ਆ ਤੇ ਉਹਦੀ ਰਜਿਸਟ੍ਰੇਸ਼ਨ ਵੀ ਹੁੰਦੀ ਹੈ, ਜਿਹੜੇ ਜਿਨ੍ਹਾਂ ਨੂੰ ਡਰ ਹੁੰਦਾ ਵੀ ਹਾਂ ਸਾਡੇ ਪੇਰੈਂਟਸ ਜਿਹੜੇ ਨਹੀਂ ਮੰਨ ਰਹੇ, ਸਾਡੇ ਵਾਸਤੇ ਖਤਰਾ ਖੜਾ ਹੋ ਸਕਦਾ, ਸਿਕਿਉਰਿਟੀ ਵੀ ਲੈਂਦੇ ਆ, ਉਦੋਂ ਕਿਸੇ ਮੰਦਿਰ ਜਾਂ ਗੁਰਦੁਆਰੇ 'ਚ ਨਹੀਂ ਹੋ ਜਾਂਦੇ। ਅਸਲ 'ਚ ਦੇਖੋ ਮੈਂ ਤਾਂ ਤੁਹਾਨੂੰ ਮਜ਼ਾਕ ਦੇ ਪੱਧਰ ਤੇ ਵੀ ਗੱਲ ਜੇ ਆਪਾਂ ਕਰੀਏ ਬਈ ਕਿਵੇਂ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਉਹਦੇ ਤੇ ਹਰ ਬੰਦਾ ਆਪਣੇ ਤੌਰ ਤੇ ਉੱਤੇ ਰਿਐਕਟ ਕਰਦਾ, ਤੇ ਉਹਦੇ 'ਚ ਮੈਂ ਸਮਝਦਾ ਕਿ ਇਦਾਂ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਇੱਕ ਵਿਅਕਤੀ ਹੁੰਦਾ ਤੇ ਬਦਨਾਮੀ ਜਿਹੜੀ ਆ ਸਾਰੇ ਭਾਈਚਾਰੇ ਦੀ ਜਾਂ ਸਾਰੇ ਅਦਾਰੇ ਦੀ ਹੁੰਦੀ ਹੈ ਜਾਂ ਧਰਮ ਦੀ ਹੁੰਦੀ ਹੈ। ਮੈਂ ਵੈਸੇ ਆਪਣੇ ਵਿਆਹ ਦੀ ਗੱਲ ਤੁਹਾਨੂੰ ਮੈਂ ਛੋਟੀ ਜਿਹੀ ਦੱਸ ਦਿੰਦਾ। ਸਾਡੀ ਵੀ ਇੰਟਰਕਾਸਟ ਮੈਰਿਜ ਹੈ, ਸਾਡੀ ਇੰਟਰਕਾਸਟ ਮੈਰਿਜ ਹੈ, ਤੇ ਮੈਨੂੰ ਤਾਂ ਕੋਈ ਏਦਾਂ ਦਾ ਹੈ ਨਹੀਂ ਸੀ ਕਿ ਮੈਂ ਕਿਸੇ ਗੁਰਦੁਆਰੇ ਜਾਂ ਕਿਸੇ ਮੰਦਿਰ 'ਚ ਜਾ ਕੇ ਵਿਆਹ ਕਰਾਉਣਾ। ਹੁਣ ਤਾਂ ਇਹ ਸੀ ਵੀ ਚਲੋ ਹਾਰ ਪਾ ਲਓ ਤਾਂ ਆਪਾਂ ਵਿਆਹ ਕਰਾ ਲੈਂਦੇ ਆ, ਪਰ ਕਮਲ ਹੋਰੀ ਚਾਹੁੰਦੇ ਸੀ ਵੀ ਵਿਆਹ ਤਾਂ ਜੀ ਗੁਰਦੁਆਰੇ 'ਚ ਹੀ ਹੋਣਾ। ਤੇ ਫਿਰ ਹੋਇਆ ਇਹ ਵੀ ਸਾਡੇ ਜਿਹੜੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਵਿਆਹ ਦਾ, ਉਹ ਕਹਿੰਦੇ ਵੀ ਗੁਰਦੁਆਰੇ ਵਾਲੇ ਤਾਂ 30 ਸੈਕਟਰ ਵਾਲਾ ਗੁਰਦੁਆਰਾ ਸੀ ਚੰਡੀਗੜ੍ਹ ਦਾ, ਵੀ ਗੁਰਦੁਆਰੇ ਵਾਲੇ ਤਾਂ ਮੰਗਦੇ ਆ 2100 ਰੁਪਇਆ ਵਿਆਹ ਦਾ, ਤੇ ਮੰਦਿਰ ਵਾਲੇ 1100 ਚ ਕਰਨ ਨੂੰ ਤਿਆਰ ਆ ਵੀ ਉੱਥੇ ਕਰਾ ਲਓ, ਪੈਸੇ ਪੂਸੇ ਤਾਂ ਹੁੰਦੇ ਨਹੀਂ ਸੀ। ਤੇ ਮੈਂ ਕਮਲ ਨੂੰ ਕਿਹਾ ਵੀ ਐ ਕਰਦੇ ਆ, ਮੈਂ ਤਾਂ ਮੰਨਦਾ ਮੁੰਦਾ ਨਹੀਂ, ਪਰ ਤੇਰੀ ਤਸੱਲੀ ਲਈ ਵੀ ਵਿਆਹ ਹੋਇਆ ਲੱਗੇ ਤੇ ਮੰਦਿਰ ਚ ਕਰਾ ਲੈਂਦੇ ਆ, ਆਪਣਾ 1000 ਰੁਪਇਆ ਬਚੂਗਾ, ਵੀ 1100 ਚ ਵਿਆਹ ਹੋ ਜਾਣਾ ਆਪਣਾ, ਗੁਰਦੁਆਰੇ ਵਾਲੇ 2100 ਮੰਗਦੇ ਆ। ਉਹ ਰੋਣ ਲੱਗ ਪਈ, ਕਹਿੰਦੀ ਨਹੀਂ ਮੈਂ ਤਾਂ ਗੁਰਦੁਆਰੇ ਹੀ ਕਰਾਉਣਾ, ਫਿਰ 2100 ਚ ਵਿਆਹ ਕਰਾਉਣਾ ਪਿਆ ਸਾਨੂੰ। ਤੇ ਅਲਟੀਮੇਟਲੀ ਮਹਿੰਗੇ ਵਿਆਹ ਦਾ ਤਜਰਬਾ ਤੁਹਾਡਾ ਵੀ ਹੈ ਨਿੱਜੀ। ਵੈਸੇ ਦਸਾਂਝ ਸਾਹਿਬ ਮੈਨੂੰ ਯਾਦ ਆ ਰਿਹਾ, ਮੈਂ ਉਦੋਂ ਸਟੂਡੈਂਟ ਹੁੰਦਾ ਸੀਗਾ, ਪਟਿਆਲੇ ਦੀ ਗੱਲ ਆ, ਇਹ ਸ਼ਾਇਦ 1981 ਜਾਂ 80 ਦੀ ਗੱਲ ਹੋਣੀ ਆ। ਸਾਡਾ ਇੱਕ ਮਿੱਤਰ ਸੀ ਮੁੰਡਾ, ਮੇਰਾ ਦੋਸਤ ਹੈ ਬੜਾ ਅੱਛਾ, ਕੇ ਸ਼ਰਮਾ, ਤੇ ਉਹ ਇੱਕ ਸਿੱਖ ਲੜਕੀ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ, ਪਰ ਲੜਕੀ ਦੇ ਮਾਪੇ ਰਜਾਮੰਦ ਨਹੀਂ ਸੀਗੇ। ਉਹਨੇ ਸਾਡੇ ਨਾਲ ਸੰਪਰਕ ਕੀਤਾ, ਕਹਿੰਦਾ ਯਾਰ ਮੈਂ ਸ਼ਾਦੀ ਕਰਾਉਣੀ ਚਾਹੁੰਦਾ, ਮੇਰੀ ਹੈਲਪ ਕਰੋ ਕੋਈ। ਤੇ ਉਹ ਦੋਨੇ ਜਾਣੇ ਆਏ, ਤੇ ਮੈਨੂੰ ਯਾਦ ਆ ਕਿ ਮੈਂ ਤੇ ਪ੍ਰੋਫੈਸਰ ਭਾਰਦਵਾਜ ਜੀ ਉਹਦੇ ਗਵਾਹ ਬਣ ਕੇ, ਤੇ ਇੱਕ ਵਕੀਲ ਜਿਹਦੇ ਕੋਲ ਅਸੀਂ ਫਾਰਮ ਫੂਰਮ ਭਰਾਏ ਲੈ ਕੇ, ਤੇ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਹੁੰਦਾ DC ਸਾਹਿਬ ਉਦੋਂ ਹੁੰਦੇ ਸੀ, ਉਹਨਾਂ ਦਾ ਨਾਂ ਹੁੰਦਾ ਸੀ KS ਰਾਜੂ, ਕਾਫੀ ਤੁਸੀਂ ਨਾਂ ਸੁਣਿਆ ਹੋਵੇਗਾ। ਉਹ ਪਟਿਆਲੇ ਦੇ ਡਿਪਟੀ ਕਮਿਸ਼ਨਰ ਹੁੰਦੇ ਸੀ। ਅਸੀਂ ਉਹਨਾਂ ਕੋਲ ਗਏ ਤੇ ਉਹਨਾਂ ਨੇ ਪਹਿਲੀ ਸੱਟੇ ਇਹ ਕਿਹਾ ਜੀ ਲੜਕੀ ਦੀ ਮਾਂ ਨਾਲ ਆ। ਅਸੀਂ ਕਿਹਾ ਜੀ ਨਹੀਂ, ਉਹਦਾ ਕੋਈ ਭਰਾ, ਉਹਦਾ ਪਿਓ। ਅਸੀਂ ਕਿਹਾ ਜੀ ਨਹੀਂ। ਤੇ ਕਹਿੰਦਾ ਫਿਰ ਮੈਂ ਇਹ ਸ਼ਾਦੀ ਨਹੀਂ ਕਰਨੀ, ਇੰਟਰਕਾਸਟ ਸ਼ਾਦੀ ਆ, ਮੈਂ ਨਹੀਂ ਕਰ ਸਕਦਾ। ਅਸੀਂ ਉਹਨਾਂ ਨੂੰ ਭਾਰਦਵਾਜ ਰਾਣੇ, ਉਹ ਪ੍ਰੋਫੈਸਰ ਸੀਗੇ, ਜਾਣੇ ਪਛਾਣੇ ਉੱਥੋਂ ਦੇ ਸੀਗੇ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਉਣ ਦੀ ਕਿ ਸਰ ਲਾ ਦੇ ਮੁਤਾਬਕ ਤੁਸੀਂ ਮਨਾ ਨਹੀਂ ਕਰ ਸਕਦੇ। ਉਹ ਕਹਿੰਦੇ ਜੀ ਮੈਂ ਤੇ ਮਨਾ ਕਰਤਾ, ਤੁਸੀਂ ਉੱਪਰ ਜਾ ਕੇ ਜਿਹੜੀ ਦੀ ਕੰਪਲੇਂਟ ਕਰਨੀ ਹੈ ਮੇਰੀ ਕੰਪਲੇਂਟ ਕਰ ਦਿਓ, ਮੈਂ ਸ਼ਾਦੀ ਨਹੀਂ ਕਰਨੀ। ਉਹ ਕਿਸਮਤ ਚੰਗੀ ਉਸ ਜੋੜੀ ਦੀ ਕਿ ਉਸੇ ਦਿਨ ਹੀ ਸੇਮ ਡੇ ਜਦੋਂ ਅਸੀਂ ਉੱਥੇ ਉਹਨਾਂ ਨਾਲ ਬਹਿਸ ਕਰਕੇ ਨਿਰਾਸ਼ ਹੋ ਕੇ ਪਰਤੇ, ਤੇ ਇਹ ਖਬਰ ਆ ਗਈ ਕਿ DC ਸਾਹਿਬ ਦੀ ਬਦਲੀ ਹੋ ਗਈ ਆ, ਤੇ ਬਿਜਲੀ ਬੋਰਡ ਦੇ ਸੈਕਟਰੀ ਹੋਇਆ ਕਰਦੇ ਸੀ ਮਿਸਟਰ ਸਿੰਗਲਾ, ਉਹ ਉਹਨਾਂ ਦਾ ਚਾਰਜ ਲੈਣਗੇ। ਤੇ ਅਸੀਂ ਕਿਸੇ ਵਿਅਕਤੀਆਂ ਨੂੰ ਵਿੱਚ ਲੱਭ ਕੇ ਬਿਜਲੀ ਬੋਰਡ ਵਾਲਿਆਂ ਨੂੰ, ਤੇ ਰਾਤ ਨੂੰ ਸਿੰਗਲਾ ਸਾਹਿਬ ਦੇ ਘਰ ਜਾ ਕੇ ਮਿਲੇ, ਤੇ ਉਹਨਾਂ ਨੂੰ ਬੇਨਤੀ ਕੀਤੀ ਜੀ ਸਾਡੇ ਨਾਲ ਆਹ ਘਟਨਾ ਹੋਈ ਆ, ਤੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਤੁਸੀਂ ਕੱਲ੍ਹ ਨੂੰ DC ਬਣ ਜਾਣਾ ਸਾਡੇ ਇੱਥੋਂ ਦੇ। ਤੇ ਉਹਨਾਂ ਨੇ ਕਿਹਾ ਜੀ ਮੈਂ 11 ਵਜੇ ਚਾਰਜ ਲੈਣਾ, ਤੇ ਮੈਂ ਸ਼ੁਭ ਆਰੰਭ ਹੀ ਇਹ ਦਸਤਖਤ ਕਰਕੇ ਕਰਨਾ ਚਾਹੂੰਗਾ। ਦੇਖੋ ਦੋ ਬੰਦੇ ਅਫਸਰ ਇੱਕੋ ਥਾਂ ਹੀ ਬੈਠੇ ਆ। ਉਹ ਸ਼ਾਦੀ ਮੈਨੂੰ ਯਾਦ ਹੈ ਕਿ ਕਰਾਈ, ਉਹ 'ਚ ਮੈਂ ਤੇ ਭਾਰਦਵਾਜ ਗਵਾਹ ਸੀਗੇ। ਤੇ ਇਸ ਤਰੀਕੇ ਨਾਲ ਵੀ ਹੁੰਦਾ ਜੀ ਕਿ ਯਾਰ ਮੈਂ ਇਹੀ ਗੱਲ, ਅਸੀਂ ਜਦੋਂ ਗੁਰਦੁਆਰੇ ਦੀ ਗੱਲ ਸ਼ੁਰੂ ਕੀਤੀ ਸੀ, ਉਹ ਕ੍ਰਿਸਚੀਅਨ ਕੁੜੀ ਦੀ ਵਿਆਹ ਦੀ ਗੱਲ ਕੀਤੀ ਸੀ, ਇਹ ਅਸਲ 'ਚ ਕਹੀ ਸੀ ਵੀ ਇੱਕ ਵਿਅਕਤੀ ਇਦਾਂ ਦੀਆਂ ਸਿਚੁਏਸ਼ਨ ਕ੍ਰੀਏਟ ਕਰ ਦਿੰਦਾ ਹੈ। ਕੋਈ ਅਦਾਰਾ ਨਹੀਂ ਕਰਦਾ, ਇੱਕ ਵਿਅਕਤੀ ਕਰ ਦਿੰਦਾ। ਉਹਦੀ ਆਪਣੀ ਜ਼ਿੱਦ ਜਾਂ ਉਹਦੇ ਆਪਣੀ ਵਿਚਾਰ ਪ੍ਰਕਿਰਿਆ ਜਿਹੜੀ ਹੈ ਉਹ ਉਹਨੂੰ ਅਲਾਓ ਨਹੀਂ ਕਰਦਾ। ਉਹਨੂੰ ਲੱਗਦਾ ਵੀ ਇਹ ਤਾਂ ਗਲਤ ਹੈ, ਵੀ ਜੇ ਮਾਂ-ਬਾਪ ਨਾਲ ਹੈ ਨਹੀਂ ਨਾ, ਜਾਂ ਇਹਨੂੰ ਲੱਗਦਾ ਵੀ ਆ ਵੀ ਧਾਰਮਿਕ ਤੌਰ ਦੇ ਉੱਤੇ ਗੁਰਸਿੱਖ ਬਣ ਜਾਵੇ ਪਹਿਲਾਂ। ਇਹ ਇੱਕ ਵਿਅਕਤੀ ਦੀ ਜ਼ਿੱਦ ਹੈ। ਬਦਨਾਮੀ ਸਾਰੇ ਭਾਈਚਾਰੇ ਦੀ ਹੁੰਦੀ ਹੈ, ਸਾਰੇ ਧਰਮ ਦੀ ਹੁੰਦੀ ਹੈ, ਮਰਿਆਦਾ ਦੀ ਹੁੰਦੀ ਹੈ, ਗੱਲ ਮਰਿਆਦਾ ਦੀ ਆ ਜਾਂਦੀ ਹੈ। ਦਸਾਂਝ ਸਾਹਿਬ ਐਜ ਏ ਜਰਨਲਿਸਟ ਤੁਸੀਂ ਸੁਜੈਸਟ ਕਰ ਸਕਦੇ ਹੋ ਕਿ ਇਹੋ ਜਿਹੇ ਹਾਲਾਤ 'ਚ ਕੀ ਕਰਨਾ ਚਾਹੀਦਾ ਉਸ ਕਪਲ ਨੂੰ ਜਾਂ ਉਹਦੇ ਪਰਿਵਾਰ ਨੂੰ? ਸਿੰਪਲ ਜੀ ਗੱਲ ਹੈ, ਕਿਸੇ ਹੋਰ ਥਾਂ ਤੇ ਚਲ ਜਾਣ, ਤਾਂ ਕਿ ਇਹਦੇ 'ਚ ਕੋਈ ਝਗੜੇ ਵਾਲੀ ਸਥਿਤੀ ਤਾਂ ਪੈਦਾ ਹੁੰਦੀ ਹੈ, ਤੇ ਫਿਰ ਸੰਵੇਦਨਸ਼ੀਲ ਇਸ਼ੂ ਬਣ ਜਾਂਦਾ, ਕਿਸੇ ਹੋਰ
ਥਾਂ ਤੇ ਜਾ ਕੇ ਜ਼ਰੂਰੀ ਆ ਵੀ ਕਿਸੇ ਹੋਰ ਗੁਰਦੁਆਰੇ 'ਚ ਨਹੀਂ, ਵੀ ਜਾ ਸਕਦੇ ਹੋ ਜਾਂ ਜੇ ਕਿਸੇ ਰਿਲੀਜੀਅਸ ਪਲੇਸ ਤੇ ਉਹ ਜਾਂਦੇ ਹੀ ਨਹੀਂ ਤੇ ਸਿੱਧੇ ਤੌਰ ਤੇ ਜਿਹੜਾ ਮੈਰਿਜ ਅਫਸਰ ਹੈ ਉਹਦੇ ਕੋਲ ਜਾ ਕੇ ਸ਼ਾਦੀ ਰਜਿਸਟਰਡ ਕਰਾਉਣੀ ਚਾਹਣ ਤੇ ਉਹਦੇ ਵਿੱਚ ਕੀ ਇਤਰਾਜ਼ ਹੋ ਸਕਦਾ? ਕੋਈ ਇਤਰਾਜ਼ ਨਹੀਂ। ਇਹ ਉਹਨਾਂ ਬੱਚਿਆਂ ਤੇ ਨਿਰਭਰ ਕਰਦਾ ਹੈ, ਉਹਨਾਂ ਦੇ ਪਰਿਵਾਰ ਤੇ ਨਿਰਭਰ ਕਰਦਾ ਹੈ ਵੀ ਇਸ ਗੱਲ ਨੂੰ ਤਿਆਰ ਵੀ ਹੈ ਜਾਂ ਨਹੀਂ ਤਿਆਰ ਹੈਗੇ ਵੀ ਹਾਂ ਉਹ ਤੇ ਤਿਆਰ ਹੋ ਜਾਣਗੇ ਜੀ, ਪਰ ਉਹਨਾਂ ਨੂੰ ਤਾਂ ਸ਼ਾਦੀ ਕਰਾਉਣੀ ਅਹਿਮ ਹੈ, ਲੀਗਲ ਢੰਗ ਨਾਲ ਸ਼ਾਦੀ ਹੋਣੀ ਚਾਹੀਦੀ ਹੈ। ਕੱਲ ਨੂੰ ਉਹਨਾਂ ਦਾ ਟਰੈਵਲ ਡਾਕੂਮੈਂਟ, ਪਾਸਪੋਰਟ, ਜੇ ਉਹ ਅੰਦਰ ਬਾਹਰ ਜਾਣਾ, ਅੱਜ ਕੱਲ੍ਹ ਤੁਹਾਨੂੰ ਪਤਾ ਸਾਰੀ ਦੁਨੀਆ ਨੂੰ ਇਹ ਚੀਜ਼ਾਂ ਲੱਗਦੀਆਂ ਹੁੰਦੀਆਂ ਨੇ ਕਿ ਕੱਲ ਨੂੰ ਕੋਈ ਦਿੱਕਤ ਨਾ ਆਵੇ। ਸੋ ਇਹਦੇ ਲਈ ਸਹੀ ਰਾਏ ਤੁਹਾਡੀ ਕੀ ਹੈ ਵੀ ਕੀ ਕਰਨਾ ਚਾਹੀਦਾ ਉਹਨਾਂ ਨੂੰ? ਨਹੀਂ, ਉਹਨਾਂ ਨੂੰ ਬਿਲਕੁਲ ਸਿੱਧੇ ਤੌਰ ਤੇ ਜਿਹੜਾ ਇੱਕ ਤਰੀਕਾ ਹੈਗਾ ਕਾਨੂੰਨੀ ਤਰੀਕਾ ਉਹਨੂੰ ਅਪਣਾ ਲੈਣਾ ਚਾਹੀਦਾ। ਉਹ ਪੇਸ਼ ਹੋ ਸਕਦੇ ਆ, ਉਹ ਤਹਿਸੀਲਦਾਰ ਕੋ ਵੀ ਪੇਸ਼ ਹੋ ਸਕਦੇ ਆ ਤੇ ਉਹ ਕੋਰਟ ਦੇ ਵਿੱਚ ਵੀ ਪੇਸ਼ ਹੋ ਕੇ ਆਪਣੀ ਮੈਰਿਜ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਆ। ਕੋਈ ਨਹੀਂ ਰੋਕੇਗਾ। ਕਾਨੂੰਨ ਦੇ ਮੁਤਾਬਕ ਤਾਂ ਕਿਸੇ ਕਿਸਮ ਦੀ ਜਿਹੜੀ ਕੋਈ ਰੁਕਾਵਟ ਹੀ ਹੈ ਨਹੀਂ। ਉਹ ਜਿੱਦਾਂ ਤੁਸੀਂ ਹੁਣ ਡੀਸੀ ਦਾ ਜ਼ਿਕਰ ਕੀਤਾ, ਉਹ ਕਿਸੇ ਵੀ ਇਸ ਤਰ੍ਹਾਂ ਦੇ ਮਤਲਬ ਤਹਿਸੀਲਦਾਰ ਤੋਂ ਲੈ ਕੇ ਡੀਸੀ ਤੱਕ ਜਾਂ ਡਿਸਟ੍ਰਿਕਟ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਜਿੱਥੇ ਮਰਜ਼ੀ ਚੱਲ ਜਾਣ, ਨਾਲ ਦੇ ਨਾਲ ਵਿਆਹ ਰਜਿਸਟਰ ਹੋ ਜਾਏਗਾ। ਯਾਨੀ ਕਿ ਜਿਹੜੀ ਐਗਜ਼ੀਕਿਊਟਿਵ ਪਾਵਰ ਵਾਲੇ ਮੈਜਿਸਟ੍ਰੇਟ ਨੇ ਉਹ ਵੀ ਤੇ ਜੁਡੀਸ਼ੀਅਲ ਵਾਲੇ ਮੈਜਿਸਟ੍ਰੇਟ ਵੀ ਦੋਨੇ ਹੀ ਇਹ ਸ਼ਾਦੀ ਜਿਹੜੀ ਕੰਡਕਟ ਕਰ ਸਕਦੇ ਆ। ਬਿਲਕੁਲ ਕਰ ਸਕਦੇ ਆ। ਮੈਰਿਜ ਐਕਟ ਦੇ ਮੁਤਾਬਕ ਤਾਂ ਇਹ ਸਾਰਾ ਕੁਝ ਪੋਸੀਬਲ ਹੈ। ਉਹਨਾਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਆਏਗੀ। ਇਹ ਆ ਵੀ ਸਾਡੇ ਜਿਹੜੇ ਲੋਕ ਬੈਠੇ ਆ ਅਦਾਰਿਆਂ 'ਚ, ਜਿਹੜੇ ਬੈਠੇ ਆ, ਚਾਹੇ ਜੁਡੀਸ਼ੀਅਲ ਹੈ ਚਾਹੇ ਬਾਕੀ ਅਦਾਰੇ ਹੈ, ਉਹ ਨਹੀਂ ਅੱਗੇ ਗੱਲ ਵਧਣ ਦਿੰਦੇ। ਉਹਨਾਂ ਨੂੰ ਆਪ ਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੁੰਦਾ ਤੇ ਉਹ ਆਪੋ ਹੀ ਬਣ ਜਾਂਦੇ ਆ, ਉਹਦੇ ਕਹਿ ਲਓ ਵੀ ਨਿਆਂਦਾਤਾ ਆਪੇ ਬਣ ਜਾਂਦੇ ਆ, ਆਪੇ ਫੈਸਲੇ ਕਰ ਦਿੰਦੇ ਆ ਵੀ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ। ਮਤਲਬ ਜਿਸ ਦਫ਼ਤਰ ਦੇ ਵਿੱਚ ਕੰਮ ਹੋਣਾ ਹੁੰਦਾ ਉਸੇ ਦਫ਼ਤਰ ਦੇ ਪੀਐਨ ਤੋਂ ਲੈ ਕੇ ਕਲਰਕ ਤੱਕ ਤੇ ਉੱਪਰ ਦੇ ਅਫਸਰ ਤੱਕ ਤੁਹਾਨੂੰ ਰੋਕ ਦਿੰਦੇ ਆ, ਕਿਉਂਕਿ ਉਹਨਾਂ ਨੂੰ ਆਪ ਨਹੀਂ ਪਤਾ ਵੀ ਇਹ ਕੰਮ ਇੱਥੇ ਹੋ ਸਕਦਾ। ਬਿਲਕੁਲ ਦਰੁਸਤ ਹੈ ਜੀ। ਮੈਂ ਤੁਹਾਡੀ ਜਿਹੜੀ ਜਾਣਕਾਰੀ ਹੈ ਉਹਨਾਂ ਤੱਕ ਪਹੁੰਚਾ ਦਿਆਂਗਾ ਤੇ ਉਹਨਾਂ ਨੂੰ ਸਲਾਹ ਇਹੀ ਦਿੱਤੀ ਆ ਕਿ ਤੁਸੀਂ ਕਿਸੇ ਅੱਛੇ ਵਕੀਲ ਨਾਲ ਰਾਬਤਾ ਕਰਕੇ ਉਹਨਾਂ ਦੀ ਸਲਾਹ ਲੈ ਕੇ ਪ੍ਰੋਪਰ ਡਾਕੂਮੈਂਟ ਬਣਾ ਕੇ ਤੇ ਜਾਂ ਜਿਹੜਾ ਜ਼ਿਲ੍ਹੇ ਦਾ ਮੈਜਿਸਟ੍ਰੇਟ ਹੈ, ਜਿਹਨੂੰ ਅਸੀਂ ਮੈਰਿਜ ਅਫਸਰ ਵੀ ਕਹਿੰਦੇ ਆ, ਉਹਦੇ ਕੋਲ ਪੇਸ਼ ਹੋ ਜਾਣ। ਤੇ ਤੁਸੀਂ ਅੱਜ ਹੋਰ ਵੀ ਦੱਸਤਾ ਕਿ ਜਿਹੜੀਆਂ ਜੁਡੀਸ਼ੀਅਲ ਅਦਾਲਤਾਂ ਨੇ ਉਹਨਾਂ ਕੋਲ ਵੀ ਇਖਤਿਆਰ ਹੁੰਦੇ ਆ, ਉੱਥੇ ਜਾ ਕੇ ਵੀ ਆਪਣਾ ਮੈਰਿਜ ਰਜਿਸਟਰ ਕਰਾ ਸਕਦੇ ਆ ਔਰ ਉਹ ਬਿਲਕੁਲ ਲੀਗਲ ਹੋਏਗੀ ਔਰ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਜਿਹੜਾ ਮੈਰਿਜ ਸਰਟੀਫਿਕੇਟ ਮਿਲਣਾ ਆ ਉਹਦੇ ਤੇ ਦਿੱਕਤ ਨਹੀਂ ਆਉਣ ਲੱਗੀ। ਕੱਲ ਨੂੰ ਉਹਨਾਂ ਟਰੈਵਲ ਕਰਨਾ ਆ ਜਾਂ ਕੰਟਰੀ ਤੋਂ ਦੂਜੇ ਕੰਟਰੀ ਜਾਣਾ ਹੈ ਤੇ ਇਹ ਚੀਜ਼ ਸਵਾਲ ਉਹਨਾਂ ਨੂੰ ਨਹੀਂ ਪੁੱਛੇ ਜਾਣਗੇ। ਸੋ ਸਮਾਂ ਆਪਣਾ ਜਾ ਰਿਹਾ ਜਿਹੜਾ ਮੈਂ ਸਿਰਫ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਦੱਸਦਾ ਵੀ ਮੇਰੇ ਵਿਆਹ ਦੀ ਰਜਿਸਟ੍ਰੇਸ਼ਨ ਐਸਡੀਐਮ ਫਲੋਰ ਕੋ ਹੋਈ ਸੀ ਜਾ ਕੇ। ਅੱਛਾ ਜੀ। ਬਾਅਦ ਵਿੱਚ ਅਸੀਂ ਜਿਹੜਾ ਵਿਆਹ ਕਰਨ ਤੋਂ ਬਾਅਦ ਮੇਰੇ ਫਾਦਰ ਸਾਹਿਬ ਸੀਗੇ ਉੱਥੇ, ਕਮਲ ਦੇ ਫਾਦਰ ਸਾਹਿਬ ਜਾਂ ਇਹਨਾਂ ਦੇ ਪੇਰੈਂਟਸ ਚ ਕੋਈ ਨਹੀਂ ਸੀ। ਪਰ ਉਹੀ ਗੱਲ ਜਿਹੜੀ ਤੁਹਾਡੇ ਵਾਲੀ ਆ ਵੀ ਕਿਸੇ ਨਾ ਕਿਸੇ ਨੂੰ ਪੇਸ਼ ਕਰਨਾ ਪੈਂਦਾ, ਕਿਉਂਕਿ ਇਹ ਲੋਕ ਜਿਹੜੇ ਉੱਥੇ ਅਹੁਦਿਆਂ ਤੇ ਬੈਠੇ ਹੁੰਦੇ ਆ ਉਹਨਾਂ ਨੂੰ ਲੱਗਦਾ ਹੁੰਦਾ ਵੀ ਹਾਂ ਵੀ ਅਸੀਂ ਸ਼ਾਇਦ ਕੁਝ ਗਲਤ ਕਰ ਰਹੇ ਹਾਂ। ਤੇ ਕਾਮਰੇਡ ਗੁਰਦੀਪ ਅਣਖੀ ਤੇ ਉਹਨਾਂ ਦੀ ਪਤਨੀ ਅੱਜ ਕੱਲ੍ਹ ਅਣਖੀ ਸਾਹਿਬ ਜਿਹੜੇ ਆ ਅਮਰੀਕਾ ਆ, ਬਜ਼ੁਰਗ ਹੋ ਗਏ, ਉਹ ਕਮਲ ਦੇ ਮਾਂ-ਬਾਪ ਬਣ ਕੇ ਉੱਥੇ ਗਏ ਤੇ ਪੇਸ਼ ਹੋਏ ਐਜ਼ ਏ ਪੇਰੈਂਟਸ। ਤੇ ਮੇਰੇ ਫਾਦਰ ਸਾਹਿਬ ਸੀਗੇ, ਮਦਰ ਸੀ, ਤੇ ਉਹ ਐਸਡੀਐਮ ਨੇ ਸਾਈਨ ਕੀਤੇ ਤੇ ਸਾਡੀ ਮੈਰਿਜ ਰਜਿਸਟਰ। ਬਿਲਕੁਲ ਠੀਕ ਹੈ ਜੀ, ਵਾਕਈ ਤੁਸੀਂ ਠੀਕ ਕਹਿ ਰਹੇ ਹੋ। ਸੋ ਦਸਾਂਝ ਸਾਹਿਬ, ਚਲੋ ਥੋੜ੍ਹੀ ਜਿਹੀਆਂ ਇੱਕ ਦੋ ਖਬਰਾਂ ਕਰ ਲਈਏ, ਸਮਾਂ ਤਾਂ ਨਿਕਲ ਗਿਆ ਕਿਉਂਕਿ ਤੁਹਾਨੂੰ ਵੀ ਹੁਣ ਕਾਹਲੀ ਨਹੀਂ ਹੈ ਤੇ 2 ਮਿੰਟ ਮੈਂ ਤੁਹਾਡੇ ਲੈ ਸਕਦਾ ਹਾਂ। ਇੱਕ ਖਬਰ ਤੇ ਇਹ ਆ ਕਿ ਆਖਰਕਾਰ ਸੰਯੁਕਤ ਸਮਾਜ ਮੋਰਚੇ ਨੂੰ ਮਾਨਤਾ ਦੇ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੇ, ਜਿਹਦਾ ਚੰਗਾ ਪੋਜ਼ੀਟਿਵ ਹੰਗਾਰਾ ਜਿਹੜਾ ਵਾ ਉਹ ਮਿਲ ਰਿਹਾ ਲੋਕਾਂ ਨੂੰ ਤੇ ਲੋਕ ਇਸ ਗੱਲ ਤੇ ਖੁਸ਼ ਨੇ ਕਿ ਭਾਵੇਂ ਦੇਰ ਨਾਲ ਹੀ ਹੋਇਆ ਪਰ ਚੰਗਾ ਫੈਸਲਾ ਹੋਇਆ। ਤੇ ਕੀ ਹੁਣ ਉਹਨਾਂ ਨੂੰ ਸਿੰਬਲ ਵੀ ਇੱਕ ਮਿਲਣ ਦੀ ਸੰਭਾਵਨਾ ਬਣ ਜਾਏਗੀ ਤੇ ਉਹ ਐਜ ਏ ਪੋਲੀਟੀਕਲ ਪਾਰਟੀ ਹੁਣ ਜਿਹੜੇ ਆ ਦੇਖੋ, ਜਿਹੜਾ ਮੈਂ ਦੇਰ ਸ਼ਾਮ ਤੱਕ ਤਾਂ ਮੈਂ ਕਿਉਂਕਿ ਬਾਅਦ ਚ ਮੈਂ ਸੌਂ ਗਿਆ ਸੀ, ਹੁਣ ਸਵੇਰੇ ਉੱਠ ਕੇ ਮੈਂ ਚੈੱਕ ਨਹੀਂ ਕੀਤਾ ਜੀ, ਕਿਉਂਕਿ ਦੇਰ ਸ਼ਾਮ ਤੱਕ ਤਾਂ ਇਹ ਸੀ ਵੀ ਉਹਨਾਂ ਨੂੰ ਸਾਡੇ ਕੋਲ ਕੋਈ ਖਬਰ ਨਹੀਂ ਸੀ, ਸਗੋਂ ਇਹ ਸੀ ਵੀ ਮਾਨਤਾ ਨਹੀਂ ਸੀ ਮਿਲੀ। ਜੇ ਤੁਹਾਡੀ ਖਬਰ ਦੇ ਮਤਲਬ ਜੋ ਤੁਸੀਂ ਦੱਸ ਰਹੇ ਹੋ ਉਸ ਤੋਂ ਬਾਅਦ ਮੇਰੇ ਸੁੱਤੇ ਇਹ ਗੱਲ ਹੋ ਗਈ ਹੈ, ਉਹਨਾਂ ਨੂੰ ਮਾਨਤਾ ਮਿਲ ਗਈ। ਪੜ੍ਹ ਨਹੀਂ ਸਕੇ ਖਬਰ ਨੂੰ, ਤੁਹਾਡੇ ਜਾਗਦਿਆਂ ਹੀ ਹੋ ਗਈ। ਪੰਜਾਬ ਤੇ ਢੋਲ ਨਗਾਰੇ ਵੱਜ ਗਏ ਸਰ। ਅੱਛਾ, ਹੋ ਸਕਦਾ ਮੈਂ ਜਲਦੀ ਸੌ ਗਿਆ ਹੋਊਗਾ ਤੇ ਚੰਗੀ ਗੱਲ ਹੈ। ਤੇ ਕਿਉਂਕਿ ਕੱਲ ਦੇਰ ਸ਼ਾਮ ਤੱਕ ਜਿਹੜੇ ਮੇਰੇ ਕੋਲ ਖਬਰ ਸੀ ਉਹਦੇ ਚ ਰਾਜੇਵਾਲ ਤੋਂ ਲੈ ਕੇ ਬਾਕੀ ਕੈਂਡੀਡੇਟ ਜਿਹੜੇ ਉਹਨਾਂ ਨੇ ਇੰਡੀਪੈਂਡੈਂਟ ਵੀ ਆਪਣੇ ਕਾਗਜ਼ ਭਰ ਦਿੱਤੇ ਸੀ, ਕਿਉਂਕਿ ਉਦੋਂ ਤੱਕ ਦੁਪਹਿਰ ਤੱਕ ਇਹ ਗੱਲ ਨਹੀਂ ਸੀ, ਕਿਉਂਕਿ ਗੱਲਾਂ ਇੰਨੀ ਤੇਜ਼ੀ ਨਾਲ ਬਦਲਦੀਆਂ। ਮੈਂ ਤੁਹਾਨੂੰ ਦੱਸਦਾ, ਸਵੇਰੇ
ਮਹਿੰਦਰ ਸਿੰਘ ਕੇਪੀ ਨੂੰ ਕਹਿਤਾ ਤੁਸੀਂ ਆ ਭਾਈ ਆਦਮਪੁਰ ਤੋਂ ਕਹਿੰਦੇ ਹਾਂਜੀ ਜਾਓ ਕਾਗਜ਼ ਭਰੋ, ਤੇ ਉਹ ਕਾਗਜ਼ ਇਨ ਬਿਟਵੀਨ ਉਹ ਸੁਖਵਿੰਦਰ ਕੋਟਲੀ ਨੇ ਜਿਹੜੇ ਇੰਡੀਪੈਂਡੈਂਟ ਕਾਗਜ਼ ਭਰਤੇ ਬਾਗੀ ਹੋ ਕੇ, ਤੇ ਮਹਿੰਦਰ ਸਿੰਘ ਕੇਪੀ ਆਪਣੇ ਲਾਮ ਲਸ਼ਕਰ ਨਾਲ ਗਏ ਉੱਥੇ ਕਾਗਜ਼ ਭਰਨ। ਮਿੰਟ ਰਹਿ ਗਏ ਅਸੀਂ 10-15 ਤੇ ਸੁਨੇਹਾ ਆ ਗਿਆ ਵੀ ਭਾਈ ਤੂੰ ਨਹੀਂ ਭਰਨੇ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ, ਸੁਖਵਿੰਦਰ ਕੋਟਲੀ ਭਰੂਗਾ। ਤੇ ਉਹ ਵਿਚਾਰਾ ਉਸੇ ਉਲਟੇ ਪੈਰੀ ਮੁੜਿਆ ਆਇਆ। ਜਿਹੜੀ ਇੰਨੀ ਤੇਜ਼ੀ ਨਾਲ ਪੰਜਾਬ 'ਚ ਘਟਨਾਵਾਂ ਵਾਪਰਦੀਆਂ, ਸੰਯੁਕਤ ਸਮਾਜ ਮੋਰਚੇ ਨੂੰ ਮਾਨਤਾ ਮਿਲ ਗਈ, ਬਹੁਤ ਚੰਗੀ ਗੱਲ ਹੈ। ਜੇ ਉਹ ਨਾ ਮਿਲਦੀ ਤਾਂ ਬਹੁਤ ਦਿੱਕਤ ਸੀ। ਮਤਲਬ ਜਿਹੜੇ ਕੱਲੇ ਕੈਂਡੀਡੇਟਸ ਦੇ ਨਿਸ਼ਾਨ ਵੱਖਰੇ ਹੋਣੇ ਸੀ ਜੀ। ਸਾਡੇ ਕੋਲ ਮੇਰੇ ਖਿਆਲ ਤੁਹਾਡੀ ਆਵਾਜ਼ ਕਿਤੇ ਕੱਟ ਗਈ ਆ ਲੱਗਦੀ, ਮੈਨੂੰ ਲੱਗਦਾ ਹੈ ਉਹਨਾਂ ਦਾ ਇੰਟਰਨੈਟ ਦੀ ਕੋਈ ਪ੍ਰੋਬਲਮ ਆ ਗਈ ਆ। ਸੋ ਦਸਾਂਝ ਸਾਹਿਬ ਸਮਾਂ ਵੀ ਆਪਣਾ ਹੋ ਗਿਆ ਤੇ ਤੁਹਾਡਾ ਇੰਟਰਨੈਟ ਵੀ ਡਿਸਕਨੈਕਟ ਹੋ ਗਿਆ, ਤੇ ਅੱਜ ਦੇ ਦਿਨ ਲਈ ਤੁਹਾਡੇ ਕੋਲ ਅਸੀਂ ਆਗਿਆ ਲੈਂਦੇ ਹਾਂ, ਤੇ ਕੱਲ ਨੂੰ ਦੁਬਾਰਾ ਮਿਲਦੇ ਹਾਂ ਨਵੀਆਂ ਖਬਰਾਂ ਨਾਲ। ਤੁਸੀਂ ਵੀ ਅਪਡੇਟ ਹੋ ਜਾਓਗੇ ਤੇ ਪਤਾ ਚੱਲ ਜਾਏਗਾ ਤੁਹਾਨੂੰ ਸਾਰੀਆਂ ਚੀਜ਼ਾਂ ਦਾ, ਤੇ ਕੱਲ ਨੂੰ ਦੁਬਾਰਾ ਆਪਾਂ ਖਬਰਾਂ ਦੇ ਵਿੱਚ ਇਹਨਾਂ ਗੱਲਾਂ ਦੇ ਉੱਤੇ ਚਰਚਾ ਕਰ ਲਾਂਗੇ। ਮੇਰੇ ਖਿਆਲ ਦਸਾਂਝ ਸਾਹਿਬ ਜੁੜ ਗਏ ਨੇ ਦੁਬਾਰਾ। ਦਸਾਂਝ ਸਾਹਿਬ ਤੁਸੀਂ ਮੇਰੇ ਖਿਆਲ ਲਾਈਨ ਤੋਂ ਡਿਸਕਨੈਕਟ ਹੋ ਗਏ ਸੀ, ਮੈਨੂੰ ਸੁਣ ਰਹੇ ਹੋ? ਹਾਂਜੀ ਹਾਂਜੀ, ਉਹ ਫਰੀਜ਼ ਹੋ ਗਿਆ ਸੀ। ਹੁਣ ਫਿਰ ਤੋਂ ਮੈਂ ਬਸ ਲਾਸਟ ਉਹਦੇ 'ਚ ਮੈਂ ਇਹ ਗੱਲ ਅੱਛਾ, ਕਿਸਾਨ ਲੀਡਰਾਂ ਦੇ ਬਿਆਨ ਆ ਰਹੇ ਆ ਕਿ ਸਾਡੀ ਲੀਗਲ ਟੀਮ ਲੱਗੀ ਹੋਈ ਆ ਉੱਥੇ ਅਪਰੋਚ ਕਰਨ ਕਿ ਸਾਨੂੰ ਹੁਣ ਚੋਣ ਨਿਸ਼ਾਨ ਵੀ ਇੱਕ ਦੇ ਦਿੱਤਾ ਜਾਵੇ, ਚਾਹੇ ਜਿਹੜੇ ਉਹਨਾਂ 3 ਚੋਣ ਨਿਸ਼ਾਨ ਮੰਗੇ ਸੀ, ਟਰੈਕਟਰ ਦੇ ਨਾਲ ਟਰਾਲੀ ਜਾਂ ਕੱਲੀ ਟਰਾਲੀ, ਉਹ ਉਹਨਾਂ ਦੀ ਕੋਈ ਮਜਬੂਰੀ ਉਹਨਾਂ ਨਹੀਂ ਸੀ ਦਿੱਤੇ। ਉਹਨਾਂ ਕਿਹਾ ਕਿ ਖੇਤੀ ਨਾਲ ਜੁੜੇ ਕਿਸੇ ਵੀ ਤਰ੍ਹਾਂ ਦਾ ਕੋਈ ਸੂਚਕ ਜਾਂ ਕੋਈ ਤੁਹਾਨੂੰ ਜਿਸ ਤਰ੍ਹਾਂ ਦਾ ਸੰਦ ਹੈ, ਸਾਨੂੰ ਇਲੈਕਸ਼ਨ ਕਮਿਸ਼ਨ ਆਪਣੀ ਮਰਜ਼ੀ ਨਾਲ ਦੇ ਦੇ ਪਰ ਦਵੇ ਇੱਕ, ਤੇ ਉਹਦੇ ਲਈ ਲੀਗਲ ਟੀਮ ਕੰਮ ਕਰ ਰਹੀ ਆ। ਤੇ ਹੋ ਸਕਦਾ ਆ ਕਿ ਕੱਲ ਤੱਕ ਇਹਦੀ ਕਲੈਰਿਟੀ ਹੋ ਜੇ, ਤੁਹਾਡੇ ਅੱਜ ਦਿਨ ਚੜ੍ਹ ਗਿਆ ਹੈ, ਕੋਈ ਉਹਨਾਂ ਨੂੰ ਇਸ ਤਰ੍ਹਾਂ ਦਾ ਨਿਸ਼ਾਨ ਵੀ ਸ਼ਾਇਦ ਮਿਲ ਜੇ ਤੇ ਉਹ ਬਿਹਤਰ ਸਥਿਤੀ 'ਚ ਹੋਣਗੇ। ਨਹੀਂ, ਨਿਸ਼ਾਨ ਤਾਂ ਹੁਣ ਇੱਕੋ ਹੀ ਮਿਲੇਗਾ ਜੀ। ਇਹ ਵੀ ਹਾਂ ਐਗਰੀਕਲਚਰ ਨਾਲ ਰਿਲੇਟਡ ਕੁਝ ਵੀ ਹੋ ਸਕਦਾ ਹੈ। ਕੋਈ ਕਿਸਾਨ ਮੋਢੇ ਤੇ ਕਹੀ ਰੱਖਿਆ ਵਾਲਾ ਕਿਸਾਨ ਹੋ ਸਕਦਾ ਹੈ, ਕੋਈ ਝੋਨਾ ਲਾਉਂਦੀਆਂ ਸਾਡੀਆਂ ਜਿਹੜੀਆਂ ਬੀਬੀਆਂ ਜਾਂ ਜਿਹੜੇ ਸਾਡੇ ਬਾਕੀ ਆਮ ਤੌਰ ਦੇ ਉੱਤੇ ਮਰਦ ਝੋਨਾ ਲਾਉਂਦੇ ਆ, ਉਹ ਇਕੱਠੇ ਏਦਾਂ ਦੀ ਕੁਝ ਵੀ ਹੋ ਸਕਦਾ ਪੋਸੀਬਲ। ਮੈਂ ਤਾਂ ਵੈਸੇ ਪਰ ਦਸਾਂਝ ਸਾਹਿਬ ਇਹ ਤੇ ਸੰਯੁਕਤ ਸਮਾਜ ਦਾ ਮੋਰਚਾ ਆਇਆ, ਮਜ਼ਦੂਰ ਵੀ ਨਾਲ ਆ, ਦਾਤਰੀ ਥੋੜਾ ਹੀ ਨਾ ਮਿਲ ਜੇ। ਦਾਤੀ ਥੋੜਾ ਤਾਂ ਸੀਪੀਆਈਐਮ ਦੇ ਕੋਲ ਹੈਗਾ ਨਾ, ਮੈਨੂੰ ਪਤਾ, ਮੈਂ ਤਾਂ ਹੀ ਤੇ ਜ਼ਿਕਰ ਕਰ ਰਿਹਾ ਕਿ ਕੋਈ ਏਦਾਂ ਦਾ ਨਿਸ਼ਾਨ, ਕਿਉਂਕਿ ਨਾਲ ਮਜ਼ਦੂਰ ਵੀ ਨੇ, ਇਕੱਲੇ ਕਿਸਾਨ ਹੀ ਤੇ ਨਹੀਂ, ਤੇ ਨਾਲ ਸਮਾਜ ਦੇ ਹੋਰ ਵਰਗ ਵੀ ਨੇ। ਜਾਂ ਇੱਕ ਅੱਜ ਕੱਲ੍ਹ ਹੋਰ ਬੜੀ ਪ੍ਰਥਾ ਸਰਬ ਧਰਮ ਵਾਲੀ, ਇੱਕ ਪਾਸੇ ਖੰਡਾ, ਇੱਕ ਪਾਸੇ ਏਕ ਓਂਕਾਰ, ਇੱਕ ਪਾਸੇ ਸਵਾਸਤਕ ਦਾ ਨਿਸ਼ਾਨ, ਕੋਈ ਰਲਿਆ ਮਿਲਿਆ ਮਿਲ ਜੇ ਸਾਂਝਾ ਜਿਹਾ। ਨਹੀਂ ਮਿਲ ਜਾਏਗਾ, ਪਰ ਇਹ ਨਹੀਂ ਪਤਾ ਹੁਣ ਉਹ ਕਿਸ ਤਰ੍ਹਾਂ ਦਾ ਨਿਸ਼ਾਨ ਅਲਾਟ ਕਰਦੇ ਆ। ਜਿੱਦਾਂ ਹੁਣ ਕੈਪਟਨ ਅਮਰਿੰਦਰ ਨੂੰ ਹਾਕੀ ਤੇ ਬਾਲ ਦੇ ਦਿੱਤੀ ਹੈ, ਤੇ ਉਹਨਾਂ ਨੇ ਤਾਂ ਹਾਕੀ ਕਦੀ ਖੇਡੀ ਨਹੀਂ, ਉਹ ਕੁਝ ਹੋਰ ਹੀ ਖੇਡਾਂ ਖੇਡਦੇ ਰਹੇ ਆ, ਤੇ ਉਹ ਹਾਕੀ ਬਾਲ ਕਿੰਨੀ ਕੁ ਚੱਲਦੀ ਕਿੰਨੀ ਕੁ ਨਹੀਂ ਚੱਲਦੀ। ਸੋ ਅਲਟੀਮੇਟਲੀ ਠੀਕ ਹੈ, ਚੰਗੀ ਗੱਲ ਹੈ, ਖਬਰ ਚੰਗੀ ਹੈ। ਦਸਾਂਝ ਸਾਹਿਬ ਕਹਿੰਦੇ ਆ ਕਿ ਹਾਕੀ ਬੜੀ ਚੁਸਤੀ ਤੇ ਚਲਾਕੀ ਦੀ ਗੇਮ ਆ, ਤੇ ਸਿਆਸਤ ਉਦੋਂ ਵੀ ਚੁਸਤੀ ਦੀ ਗੇਮ ਆ। ਸ਼ਾਇਦ ਉਹਨਾਂ ਦੀਆਂ ਚੁਸਤੀਆਂ ਨੂੰ ਵੇਖ ਕੇ ਇੱਕ ਚੁਸਤ ਸਿਆਸਤਦਾਨ ਵਜੋਂ ਹਾਕੀ ਦਿੱਤੀ ਗਈ ਹੋਵੇ ਉਹਨਾਂ ਨੂੰ ਸ਼ਤਰੰਜ ਦੇ ਦੇਣੀ ਚਾਹੀਦੀ ਸੀ ਅਸਲ ਦੇ ਵਿੱਚ। ਹਾਂਜੀ, ਉਹ ਵੀ ਤੁਹਾਡੀ ਸਲਾਹ ਨੇਕ ਹੈ, ਇਹ ਵੀ ਦਿੱਤੀ ਜਾ ਸਕਦੀ ਸੀਗੀ। ਤੇ ਇੱਕ ਦੋ ਖਬਰਾਂ ਬੜੀਆਂ ਤੇਜ਼ੀ ਨਾਲ ਆ ਰਹੀਆਂ ਨੇ। ਕੇਪੀ ਵਾਲੀ ਗੱਲ ਤੁਹਾਡੇ ਨਾਲ ਕਰਨੀ ਸੀ, ਉਹ ਵਿਚਾਰਿਆਂ ਨੂੰ ਤੇ ਬੜੇ, ਮੈਂ ਉਹਨਾਂ ਨਾਲ ਪਿਛਲੇ 2 ਸਾਲ ਇੱਥੇ ਆਏ ਸੀ, ਉਹਨਾਂ ਦਾ ਪਰਿਵਾਰ ਇੱਥੇ ਆ, ਤੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ, ਤੇ ਉਹਨਾਂ ਨੇ ਦੱਸਿਆ ਸੀਗਾ ਕਿ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਬਹੁਤ ਜਲੀਲ ਕਰ ਰਹੀ ਆ। ਉਹਨਾਂ ਦਾ ਕੰਮਕਾਰ ਸਾਰਾ ਜਿਹੜਾ ਆ ਉਹ ਜਲੰਧਰ 'ਚ ਆ, ਤੇ ਕਦੀ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਦੇ ਦਿੰਦੇ ਸੀਗੇ ਕਿ ਹਾਰ ਜਾਵੇ, ਤੇ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਹੁਣ ਪੰਜਾਬ ਦੇ, ਤੇ ਮੌਜੂਦਾ ਮੁੱਖ ਮੰਤਰੀ ਦੇ ਕੁੜਮ ਹੋਣ, ਤੇ ਉਹਨਾਂ ਨਾਲ ਇੰਨਾ ਜਲਾਲਤ ਭਰਿਆ ਵਰਤਾਓ ਅਗਰ ਕਾਂਗਰਸ ਕਰਦੀ ਆ। ਤੇ ਦੂਜੇ ਪਾਸੇ ਨਵਜੋਤ ਸਿੱਧੂ ਜਿਹੜੇ ਮੌਜੂਦਾ ਪ੍ਰਧਾਨ ਨੇ, ਉਹ ਕਹਿੰਦੇ ਨੇ ਕਿ ਕਾਂਗਰਸ ਨੂੰ ਸਿਰਫ ਕਾਂਗਰਸ ਹੀ ਹਰਾ ਸਕਦੀ ਆ, ਕੋਈ ਦੂਜੀ ਪਾਰਟੀ ਨਹੀਂ ਹਰਾ ਸਕਦੀ। ਸੋ ਇਹਦੇ ਮਾਇਨੇ ਕੀ ਲੈ ਜਾਣ? ਦੇਖੋ, ਮਹਿੰਦਰ ਸਿੰਘ ਕੇਪੀ ਹੋਰਾਂ ਦੀ ਤਾਂ ਚਲੋ ਅਸੀਂ ਥੋੜੀ ਗੱਲ ਕਰ ਲਈ, ਉਹ ਦੇਖੋ ਉਹਨਾਂ ਨੇ ਤਾਂ ਟਾਈਮ ਵੀ ਨਹੀਂ ਛੱਡਿਆ ਵੀ ਤੁਸੀਂ ਜੇ ਉਹਨਾਂ ਨੇ ਇੰਡੀਪੈਂਡੈਂਟ ਲੜਨਾ ਹੋਵੇ, ਉਹ ਟਾਈਮ ਵੀ ਨਹੀਂ ਛੱਡਿਆ। ਮਤਲਬ ਲਾਸਟ ਮੂਮੈਂਟ ਦੇ ਉੱਤੇ ਉਹਨਾਂ ਨੂੰ ਸਵੇਰੇ ਟਿਕਟ ਦੇ ਕੇ ਤੇ ਸ਼ਾਮ ਜੇ ਨੂੰ ਬਾਅਦ ਦੁਪਹਿਰੋਂ ਖੋਲੇ। ਇਹ ਤਾਂ ਹੁਣ ਉਹਨਾਂ ਤੇ ਡਿਪੈਂਡ ਕਰਦਾ ਵੀ ਜੇ ਉਹ ਸਮਝਦੇ ਆ ਜਲੀਲ ਹੋ ਰਹੇ ਆ ਉਹ 2-2.5 ਸਾਲ ਤੋਂ 3 ਸਾਲ ਤੋਂ, ਤੇ ਜ਼ਰੂਰੀ ਆ ਵੀ ਉੱਥੇ ਹੀ ਰਹਿਣਾ। ਤੁਸੀਂ ਆਪਦੀ ਜ਼ਿੰਦਗੀ
ਜ਼ਿੰਦਗੀ 'ਚ ਜਾਓ, ਆਪਣਾ ਕੰਮ ਕਰੋ ਜਿਹੜਾ ਕਰਨਾ, ਜੇ ਕਿਸੇ ਪੋਲੀਟੀਕਲ ਪਾਰਟੀ ਜਾਣਾ ਉਹ 'ਚ ਜਾਓ, ਪਰ ਅਲਟੀਮੇਟਲੀ ਇਹ ਸਾਡੇ ਕਲਚਰ ਬਣ ਗਿਆ ਵੀ ਹਾਂ ਇੱਥੇ ਹੁਣ ਇਸ ਵੇਲੇ 18-20 ਬਾਗੀ ਆ। ਇਸ ਵੇਲੇ ਕਾਂਗਰਸ ਪਾਰਟੀ ਨੂੰ ਹਰਾਉਣ ਵਾਸਤੇ ਜਿਹੜੇ ਉਹ 18-20 ਬਾਗੀ ਜਿਹੜੇ ਉਹ ਵੀ ਇੱਕ ਰੋਲ ਪਲੇ ਕਰਨਗੇ। ਦੂਜੀ ਗੱਲ ਜਿਹੜੀ ਆਪਣੇ ਨਵਜੋਤ ਸਿੰਘ ਸਿੱਧੂ ਵਾਲੀ ਆ, ਉਹਦਾ ਇੱਕ ਸਮਝ ਆਉਂਦੀ ਹੈ ਵੀ ਨੰਬਰ ਇੱਕ ਤਾਂ ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤਸਰ ਪੂਰਬੀ ਦੇ ਵਿੱਚ ਉਹਨਾਂ ਦੀ ਲੜਾਈ ਬੜੀ ਟਫ ਹੋ ਗਈ ਹੈ। ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਜੇ ਮੈਂ ਇੱਥੋਂ ਹਾਰਿਆ ਤੇ ਕਾਂਗਰਸੀ ਹੀ ਮੈਨੂੰ ਹਰਾਉਣਗੇ। ਦੂਜੀ ਗੱਲ ਨਾਲ ਇਹ ਜੁੜੀ ਹੋਈ ਹੈ ਕਿ ਇਹ ਮੈਚਿਓਰ ਹੋ ਗਈ ਹੈ ਗੱਲ ਵੀ ਜੇ ਕਾਂਗਰਸ ਪਾਰਟੀ ਆਪਣਾ ਸੀਐਮ ਦਾ ਕੈਂਡੀਡੇਟ ਅਨਾਉਂਸ ਕਰੇਗੀ 8-10 ਦਿਨਾਂ ਤੱਕ ਤੇ ਉਹ ਚਰਨਜੀਤ ਸਿੰਘ ਚੰਨੀ ਹੋਣਗੇ। ਕੁਝ ਏਦਾਂ ਦੀਆਂ ਸਿਚੁਏਸ਼ਨਸ ਡਿਵੈਲਪ ਹੋ, ਇਸ ਕਰਕੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਮੇਰਾ ਪੱਤਾ ਹੁਣ ਕੱਟਿਆ ਗਿਆ। ਤੇ ਫਿਰ ਇਹ ਇੱਕ ਕਹਿ ਲਓ ਵੀ ਨਿਰਾਸ਼ਾ ਚੋਂ ਨਿਕਲੀ ਹੋਈ ਉਹਨਾਂ ਦੀ ਗੱਲ ਹੈ, ਜਿਹੜੀ ਅਸਲ ਦੇ ਵਿੱਚ ਸਹੀ ਵੀ ਹੈ ਵੀ ਕਾਂਗਰਸ ਨੂੰ ਜੇ ਹਰਾਏਗੀ ਤਾਂ ਕਾਂਗਰਸ ਹੀ ਹਰਾਏਗੀ। ਜੇ ਚੰਨੀ ਉਹਦੇ ਸੀਐਮ ਦੇ ਕੈਂਡੀਡੇਟ ਹੁੰਦੇ ਆ ਤੇ ਨਵਜੋਤ ਸਿੰਘ ਸਿੱਧੂ ਐਕਟ ਕਿੱਦਾਂ ਕਰਦੇ ਤਾਂ ਮੈਨੂੰ ਪਤਾ ਨਹੀਂ ਹੁਣ ਕਿੱਦਾਂ ਐਕਟ ਕਰਨਗੇ, ਕਿਉਂਕਿ ਉਹਨਾਂ ਵਾਸਤੇ ਵੀ ਕਾਂਗਰਸ ਹਾਈਕਮਾਨ ਨੇ ਸਮਾਂ ਨਹੀਂ ਛੱਡਿਆ। ਜਿੱਦਾਂ ਮੈਂ ਤੁਹਾਨੂੰ ਯਾਦ ਹੋਣਾ, ਆਪਾਂ 7-8 ਮਹੀਨਿਆਂ ਤੋਂ ਜਦੋਂ ਤੋਂ ਚਰਚਾ ਕਰ ਰਹੇ, ਮੈਂ ਗੱਲ ਕਹੀ ਸੀ ਵੀ ਨਵਜੋਤ ਸਿੰਘ ਸਿੱਧੂ ਏਦਾਂ ਦੇ ਜਾਲ 'ਚ ਉਲਝ ਗਏ ਆ ਜਿਹ ਚੋਂ ਨਿਕਲਣਾ ਉਹਨਾਂ ਲਈ ਮੁਸ਼ਕਲ ਹੈ। ਤੇ ਐਨ ਟਾਈਮ ਤੇ ਆ ਕੇ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਉਹਨਾਂ ਨਾਲ ਕਹਿ ਲਓ ਬਿਹੇਵ ਕੀਤਾ ਜਾਏਗਾ ਕਿ ਉਹਨਾਂ ਕੋਲ ਵਕਤ ਹੀ ਨਹੀਂ ਬਚੇਗਾ ਕਿ ਕਿਸੇ ਹੋਰ ਪਾਸੇ ਨੂੰ ਜਾ ਸਕਣ। ਰਸਤਾ ਕੋਈ ਆਪਸ਼ਨ ਹੀ ਨਹੀਂ ਛੱਡੀ। ਕਿਹੜੀ ਆਪਸ਼ਨ ਬਚੀ ਹੈ ਜੇ 10 ਦਿਨਾਂ ਤੱਕ ਚੰਨੀ ਹੋਰਾਂ ਨੂੰ ਕੈਂਡੀਡੇਟ ਅਨਾਉਂਸ ਕਰ ਦਿੱਤਾ ਜਾਂਦਾ ਤੇ ਨਵਜੋਤ ਸਿੰਘ ਸਿੱਧੂ ਦੇ ਕੋਲ ਕੋਈ ਬਦਲ ਨਹੀਂ ਹੈ। ਦਸਾਂਝ ਸਾਹਿਬ, ਅੰਮ੍ਰਿਤਸਰ ਪੂਰਬੀ ਹਲਕੇ ਦਾ ਤੁਸੀਂ ਜ਼ਿਕਰ ਕੀਤਾ, ਉਹਦੇ 'ਚ ਕੱਲ ਤੱਕ ਤੇ ਇਦਾਂ ਸੀ ਕਿ ਦੋਨੇ ਹਲਕਿਆਂ ਤੋਂ ਚੋਣ ਲੜਨ ਦੀ ਹੈ। ਤੁਸੀਂ ਵੈਸੇ ਖਬਰ ਦੇ ਦਿੱਤੀ ਸੀ ਕਿ ਸਿੱਧੂ ਮਜੀਠਾ ਹਲਕੇ ਤੋਂ ਛੱਡ ਰਹੇ ਨੇ, ਪਰ ਉਹਨਾਂ ਵਾਸਤੇ ਤਾਂ ਦੂਰੀ ਲਾਟਰੀ ਨਿਕਲ ਆਈ। ਮਜੀਠੇ ਹਲਕੇ ਤੋਂ ਉਹਨਾਂ ਦੀ ਵਾਈਫ MLA ਹੋਣਗੇ ਤੇ ਇੱਥੋਂ ਉਹ ਆਪ ਹੋ ਜਾਣਗੇ ਤੇ 2 ਮਤਲਬ ਸੀਟਾਂ ਉਹਨਾਂ ਨੂੰ ਉੱਦਾਂ ਹੀ ਮਿਲ ਗਈਆਂ। ਜੇ ਇੱਕ ਸੀਟ ਛੱਡ ਦੇ ਨਾਲੇ ਤੇ ਬੁਰੇ ਬਣਦੇ ਤੇ ਨਾਲੇ ਉੱਦਾਂ ਇੱਕ ਸੀਟ ਰਹਿਣੀ ਸੀ ਪਰਿਵਾਰ ਕੋਲ, ਤੇ ਉਹ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਆ ਤੇ ਉਹਦੇ ਵਿੱਚ ਹੁਣ ਜੀਜੇ ਸਾਲੇ ਭਣੋਈਏ ਸਾਰੇ ਰਲ ਮਿਲ ਕੇ ਹੀ ਸ਼ਾਇਦ ਪਾਰਟੀ ਚਲਾਉਣਗੇ ਤੇ ਉਹ ਤੇ ਇਦਾਂ ਦਾ ਮਾਹੌਲ ਉਹਨਾਂ ਦਾ ਹੈਗਾ ਹੀ ਆ ਤੇ ਉਹ ਚੱਲ ਰਿਹਾ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਨੇ ਵੀ ਇੱਕ ਤਕੜਾ ਪੱਤਾ ਖੇਡਿਆ, ਉੱਥੇ ਇੱਕ IAS ਅਫਸਰ ਲਿਆਂਦਾ ਆ ਤੇ ਮੈਂ ਹਲਕੇ ਬਾਰੇ ਚੰਗੀ ਤਰ੍ਹਾਂ ਜਾਣਦਾ ਆ, ਖਾਸ ਕਰਕੇ ਮਕਬੂਲਪੁਰਾ ਹਲਕਾ ਜਿਹੜਾ ਏਰੀਆ ਪੈਂਦਾ ਉਸ ਹਲਕੇ ਦੇ ਵਿੱਚ, ਜਿਹਨੂੰ ਤੁਸੀਂ ਕਿਤੇ ਜ਼ਰੂਰ ਜ਼ਿਕਰ ਸੁਣਿਆ ਹੋਊ ਜਾਂ ਗਏ ਹੋਗੇ, ਜਿਹਨੂੰ ਵਿਧਵਾਵਾਂ ਦੀ ਕਲੋਨੀ ਵੀ ਕਹਿੰਦੇ। ਉਹਦੇ ਉੱਤੇ ਕੁਝ ਡਾਕੂਮੈਂਟਰੀ ਵੀ ਬਣੀਆਂ ਨੇ। ਉਹ ਹਲਕਾ ਦੇ ਵਿੱਚ ਕਾਫੀ ਵੱਡਾ ਏਰੀਆ ਜਿਹੜਾ ਆ, ਜਦੋਂ ਅਸੀਂ ਅੰਮ੍ਰਿਤਸਰ ਜਲੰਧਰ ਵਾਲੀ ਚੁੰਗੀ ਤੋਂ ਸ਼ੁਰੂ ਕਰਦੇ ਹਾਂ ਤੇ ਵੇਰਕੇ ਤੱਕ ਪਹੁੰਚਣ ਤੱਕ ਬਹੁਤ ਸਾਰੇ ਇਸ ਤਰ੍ਹਾਂ ਦੀ ਬਸਤੀ ਵੱਡੀ ਆ ਜਿੱਥੇ ਕਾਫੀ ਪ੍ਰਭਾਵ ਆ। ਤੇ ਉਹਨਾਂ ਨੇ ਇੱਕ ਦਲਿਤ ਭਾਈਚਾਰੇ 'ਚੋਂ IAS ਅਫਸਰ ਰਿਟਾਇਰਮੈਂਟ ਲੈ ਕੇ 1 ਸਾਲ ਪਹਿਲਾਂ ਹੀ ਤੇ ਉਹਨਾਂ ਨੂੰ ਉੱਥੇ ਖੜਾ ਕੀਤਾ। ਉਹ ਵੀ ਵੱਡੀ ਢਾਹ ਕਹਿੰਦੇ ਆ ਸਿੱਧੂ ਸਾਹਿਬ ਨੂੰ ਲਾ ਸਕਦੇ ਆ। ਤੇ ਕਿਸਾਨ ਆਗੂ ਵੀ ਹੁਣ ਮੈਦਾਨ 'ਚ ਆ ਗਏ, ਉਹਨਾਂ ਦਾ ਵੀ ਇੱਕ ਲੀਡਰ ਉੱਥੇ ਆ ਗਏ। ਮੈਂ ਨਾਂ ਤੇ ਨਹੀਂ ਉਹਨਾਂ ਦਾ ਜਾਣ ਸਕਿਆ ਕਿਉਂਕਿ ਨਵੇਂ ਨਾਂ ਹੋਣ ਕਰਕੇ ਅਜੇ ਜ਼ਬਾਨ ਤੇ ਆਉਂਦੇ ਨਹੀਂ ਗੇ। ਤੇ ਕਿਹਾ ਇਹ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ 4-5 ਕੋਨੀ ਟੱਕਰ ਆ, ਇਹਦੇ ਵਿੱਚ ਡਾਕਟਰ ਜੀਵਨਜੋਤ ਕੌਰ ਜਿਹੜੀ ਆ ਉਹ ਬਾਜੀ ਮਾਰ ਸਕਦੀ, ਹੋ ਸਕਦਾ ਸਾਰੇ ਮਹਾਰਥੀ ਘਰ ਬਹਿ ਜਾਣ। ਦੇਖੋ ਇਹ ਪੋਸੀਬਿਲਿਟੀ ਤਾਂ ਹੈ ਨਹੀਂ ਡਾਕਟਰ ਜੀਵਨਜੋਤ ਕੌਰ ਵਾਲੀ, ਉਹ ਚਲੋ ਚਰਚਾ ਚੱਲਦੀ ਆ ਤੇ ਬਣ ਜਾਂਦੇ ਆ ਨਾ ਜੀ, ਜਿੱਦਾਂ ਇੱਕ ਦੂਜੇ ਨੂੰ ਕੱਟ ਰਹੇ ਨੇ ਸਾਰੇ ਤੇ ਕਿਸੇ ਇੱਕ ਤੇ ਹਾਂਜੀ। ਦੇਖੋ ਨੰਬਰ 1 ਤਾਂ ਜਿਹੜਾ ਮਕਬੂਲਪੁਰੇ ਵਾਲੀ ਗੱਲ ਤੁਸੀਂ ਕੀਤੀ ਹੈ, ਉਹਦੇ 'ਚ ਸਾਬਕਾ IAS ਅਫਸਰ ਨੂੰ ਉੱਥੋਂ ਲਿਆਉਣਾ ਭਾਰਤੀ ਜਨਤਾ ਪਾਰਟੀ ਦਾ, ਸਿੱਧੇ ਤੌਰ ਦੇ ਉੱਤੇ ਜਿਹੜੀ ਕਾਂਗਰਸ ਪਾਰਟੀ ਨੂੰ ਜਿਹੜੀ ਅਨੁਸੂਚਿਤ ਜਾਤੀਆਂ ਦੀ ਜਿਹੜੀ ਵੋਟ ਪੈਣੀ ਆ ਉਹਨੂੰ ਕੱਟਣ ਵਾਸਤੇ ਲਿਆਂਦਾ ਗਿਆ ਤੇ ਉਹ ਬਿਕਰਮ ਸਿੰਘ ਮਜੀਠੀਆ ਦੀ ਮਦਦ ਵਾਸਤੇ ਸਪੈਸ਼ਲੀ ਕੈਂਡੀਡੇਟ ਉਤਾਰਿਆ ਗਿਆ ਉੱਥੋਂ। ਕਿਉਂਕਿ ਜਿਹੜੀ BSP ਦੀ ਕਮਿਟਡ ਵੋਟ ਹੈ ਉਹ ਤਾਂ ਪੈਣੀ ਹੋਈ ਆ ਬਿਕਰਮ ਸਿੰਘ ਮਜੀਠੀਆ ਨੂੰ, ਉਹਨੂੰ ਤਾਂ ਰੋਕ ਨਹੀਂ ਸਕਦਾ। ਪਰ ਕਾਂਗਰਸ ਨੂੰ ਜਿਹੜੀ ਪੈ ਜਾਣੀ ਸੀ ਨਵਜੋਤ ਸਿੰਘ ਸਿੱਧੂ ਨੂੰ, ਉਹ ਵੋਟ ਜਿਹੜੀ ਖਿੱਚ ਲਈ ਗਈ ਹੈ ਉਹ BJP ਨੂੰ ਪੈ ਜਾਏਗੀ। ਤੇ BJP ਆਪਣੀ ਜਿਹੜੀ ਹਿੰਦੂ ਵੋਟ ਜਿਹੜੀ ਕਾਫੀ, ਤੁਹਾਨੂੰ ਜ਼ਿਆਦਾ ਪਤਾ ਹੋਣਾ ਕਿੰਨੀ ਕੁ % ਹੈ ਉੱਥੇ, ਪਰ ਉਹ ਸਾਰੀ ਵੋਟ ਕੰਸੋਲੀਡੇਟ ਕਰਕੇ ਜਿਹੜੀ ਹੈ ਉਹ ਆਪਣੇ ਕੈਂਡੀਡੇਟ ਨੂੰ ਨਹੀਂ ਪਵਾਏਗੀ, ਉਹ ਬਿਕਰਮ ਸਿੰਘ ਮਜੀਠੀਆ ਨੂੰ ਪਵਾਏਗੀ। ਮੈਂ ਤਾਂ ਇਹ ਵੀ ਮੰਨਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਐਜ਼ ਏ ਕੈਂਡੀਡੇਟ ਅੰਮ੍ਰਿਤਸਰ ਈਸਟ ਤੋਂ ਜੇ ਕੋਈ ਲਿਆਇਆ ਤਾਂ ਉਹ ਅਮਿਤ ਸ਼ਾਹ ਆ। ਅਮਿਤ ਸ਼ਾਹ ਦੇ ਕਹਿਣ ਦੇ ਉੱਤੇ ਸਦਨ ਨੇ ਉਹਨਾਂ ਨੂੰ ਕੈਂਡੀਡੇਟ ਉੱਥੋਂ ਬਣਾਇਆ। ਇਹ ਪੂਰੀ ਪਲਾਨਿੰਗ ਦੇ ਨਾਲ। ਦੇਖੋ ਇੱਥੇ ਸਾਰੀਆਂ
ਜਿਹੜੀਆਂ ਧਿਰਾਂ ਨੇ, ਕਾਂਗਰਸ ਪਾਰਟੀ ਦਾ ਜਿਹੜਾ ਕੈਪਟਨ ਅਮਰਿੰਦਰ ਵਾਲਾ ਧੜਾ ਰਹੇਗਾ ਉਹ ਵੀ ਵਿਕਰਮ ਸਿੰਘ ਮਜੀਠੀਆ ਨੂੰ ਵੋਟ ਕਰੇਗਾ। ਕਾਂਗਰਸ ਪਾਰਟੀ ਦਾ ਜਿਹੜਾ ਇੱਦਾਂ ਦਾ ਐਲੀਮੈਂਟ ਹੈ, ਜਿਹੜਾ ਨਵਜੋਤ ਸਿੰਘ ਸਿੱਧੂ ਦਾ ਕੱਟੜ ਵਿਰੋਧੀ ਹੈਗਾ ਕਾਂਗਰਸੀ, ਉਹ ਵੀ ਵਿਕਰਮ ਸਿੰਘ ਮਜੀਠੀਆ ਨੂੰ ਵੋਟ ਕਰੇਗਾ। ਤੇ ਅਕਾਲੀ ਦਲ ਦੀ ਤੇ ਬੀਐਸਪੀ ਦੀ ਜਿਹੜੀ ਵੋਟ ਜਿੰਨੀ ਵੀ ਹੈ ਉਹ ਤਾਂ ਪੈਣੀ ਹੈ। ਬੀਜੇਪੀ ਹਿੰਦੂ ਕੰਸੋਲੀਡੇਟ ਕਰਕੇ ਸਾਰੀ ਨੂੰ ਚੁੱਪ ਚੁਪੀ ਤੇ ਜਿਹੜਾ ਮਜੀਠੀਆ ਨੂੰ ਪਾਏਗੀ। ਸੋ ਬੜਾ ਅਜੀਬ ਜਿਹਾ ਮਾਹੌਲ ਹੈ ਉੱਥੇ। ਤੇ ਉਹਦੇ ਬਾਵਜੂਦ 43,000 ਦੀ ਜਿਹੜੀ ਲੀਡ ਰਹੀ ਆ ਪਿਛਲੀ ਵਾਰ 43,000 ਦੀ ਨਵਜੋਤ ਸਿੰਘ ਸਿੱਧੂ ਦੀ, ਕੀ ਉਹਨੂੰ ਸਾਰੀ ਨੂੰ ਜਿਹੜਾ ਆ ਉਹ ਖਤਮ ਕਰ ਸਕੇਗੀ ਏਦਾਂ ਦੀ ਸਿਚੁਏਸ਼ਨ? ਇਹਦੇ ਤੇ ਦੇਖਣਾ ਪਏਗਾ। ਪਰ ਪੁਰਾਣੀ ਲੀਡ ਕਈ ਵਾਰ ਕੰਟੀਨਿਊ ਨਹੀਂ ਰਹਿੰਦੀ 5 ਸਾਲ ਬਾਅਦ, ਤੇ ਜਿਹੜੀਆਂ ਗਿਣਤੀਆਂ ਤੁਸੀਂ ਗਿਣਾ ਰਹੇ ਹੋ, ਇਸ ਤਰ੍ਹਾਂ ਦੀਆਂ ਗਿਣਤੀਆਂ ਵੀ ਯਾਰ ਧਰੀਆਂ ਰਹਿ ਜਾਂਦੀਆਂ। ਤੁਹਾਨੂੰ ਯਾਦ ਹੋਣਾ ਪਿਛਲੀ ਲੋਕ ਸਭਾ ਦੀ ਇਲੈਕਸ਼ਨ ਦੇ ਵੇਲੇ ਸੁਖਬੀਰ ਰਾਣਾ ਨੇ ਕਿਹਾ ਸੀ ਜੇਤਲੀ ਸਾਹਿਬ ਨੂੰ, ਜੀ ਤੁਸੀਂ 1 ਘੰਟੇ ਲਈ ਆ ਜਾਓ, ਆਪਣੇ ਪੇਪਰ ਭਰ ਕੇ ਚੱਲ ਜਾਓ, ਸਾਡੀ ਜ਼ਿੰਮੇਵਾਰੀ ਆ। ਤੇ ਜਿਸ ਤਰੀਕੇ ਦੀ ਹਾਰ ਉਹਨਾਂ ਦੀ ਹੋਈ ਉੱਥੋਂ ਉਹ ਸਾਰੇ ਜਾਣਦੇ ਆ। ਤੇ ਕਿੱਦਾਂ ਦੇ ਲਾਰੇ ਲਾਏ ਸੀ ਸੁਖਬੀਰ ਬਾਦਲ ਨੇ ਕਿ ਸਾਡੇ ਅਰੁਣ ਜੇਤਲੀ ਰਾਣੇ ਵਿੱਤ ਮੰਤਰੀ ਬਣਨਾ ਤੇ ਟਰੱਕ ਭਰ ਕੇ ਨੋਟਾਂ ਦੇ ਪੰਜਾਬ ਆਇਆ ਕਰਨਗੇ। ਅਜੇ ਤੱਕ ਜੁਮਲਾ ਉਹ ਮਜ਼ਾਕ ਦੇ ਪਾਤਰ ਬਣਦੇ ਨੇ, ਪਾਣੀ ਵਾਲੀਆਂ ਬੱਸਾਂ ਤੇ ਟਰੱਕਾਂ 'ਚ ਨੋਟ ਭਰ ਕੇ ਲਿਆਉਣ ਵਾਲੀਆਂ ਗੱਲਾਂ। ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਪਲਾਨਿੰਗ ਕੀਤੀਆਂ ਹੁੰਦੀਆਂ ਕਿ ਯਾਰ ਧਰੀਆਂ ਵੀ ਰਹਿ ਜਾਂਦੀਆਂ ਨੇ। ਤੇ ਚਲੋ ਵੇਖਦੇ ਹਾਂ ਹਾਲਾਤ ਕੀ ਬਣਦੇ ਆ। ਜਿਹੜੀ ਭਦੌੜ ਵਾਲੀ ਸੀਟ ਹੈ ਉਹਦੇ ਬਾਰੇ ਵੀ ਕਿਹਾ ਜਾਂਦਾ ਕਿ ਬੜੀ ਹੌਟ ਸੀਟ ਹੋ ਗਈ। ਧੂਰੀ ਵਾਲੀ ਸੀਟ ਬਾਰੇ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਪੁਰਾਣਾ ਕਾਂਗਰਸੀ ਐਮਐਲਏ ਆ ਉਹਨੇ ਕਾਫੀ ਕੰਮ ਕੀਤੇ ਆ। ਤੇ ਪੰਜਾਬ ਦੀਆਂ ਕੁਝ ਇੱਕ ਹੋਰ ਐਸੀਆਂ ਸੀਟਾਂ ਵੀ ਨੇ, ਜਿਹੜੀ ਲੰਬੀ ਵਾਲੀ ਸੀਟ ਆ ਉਹਦੇ ਤੇ ਵੀ ਐਰਕੀ ਫੇਰ ਇੱਕ ਪੁਰਾਣੇ ਅਕਾਲੀ ਪਰਿਵਾਰ ਦੇ ਕੈਂਡੀਡੇਟ ਖੜੇ ਨੇ, ਗੁਰਮੀਤ ਸਿੰਘ ਹੀਰੀ, ਜਿਨ੍ਹਾਂ ਦੇ ਫਾਦਰ ਕਿਸੇ ਜ਼ਮਾਨੇ 'ਚ ਅਕਾਲੀ ਹੋਏ, ਜਿਹਨਾਂ ਦੀ ਭੇਦਭਰੀ ਹਾਲਾਤ 'ਚ ਮੌਤ ਹੋ ਗਈ ਸੀਗੀ, ਖੁੱਡੀਆਂ ਹੀਰੀ, ਉਹਨਾਂ ਦਾ ਬੇਟਾ ਖੜਾ। ਤੇ ਇੱਦਾਂ ਦੀਆਂ 7-8 ਸੀਟਾਂ ਤੇ ਹੈ ਜਿਨ੍ਹਾਂ ਦੇ ਉੱਤੇ ਸਿੱਧੇ ਤੌਰ 'ਤੇ ਜਿਹੜਾ ਪ੍ਰਭਾਵ ਉਹ ਦਿਖੇਗਾ। ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਨੇ ਇੱਕ ਦੂਜੇ ਨਾਲ ਟਕਰਾਅ 'ਚ ਰਹਿਣਗੇ। ਤੇ ਜਗਮੋਹਨ ਕਾਂਗਰੀ ਟੱਬਰ ਸਾਰਾ ਆਪ 'ਚ ਚੱਲ ਗਿਆ। ਕਹਿੰਦੇ ਤੁਸੀਂ ਖਬਰ ਭੇਜੀ ਕਾਂਗਰਸ ਨੂੰ ਇੱਕ ਹੋਰ ਝਟਕਾ। ਮੈਨੂੰ ਨਹੀਂ ਲੱਗਦਾ ਕਿ ਜਗਮੋਹਨ ਰਾਂ ਦੇ ਜਾਣ ਦਾ ਕੋਈ ਝਟਕਾ ਲੱਗਣਾ ਹੈ। ਝਟਕੇ ਤੇ ਜਿਹੜੇ ਲੱਗ ਰਹੇ ਆ ਉਹ ਵੱਖਰੇ ਆ, ਜਿਹੜੀ ਇਹਨਾਂ ਦੀ ਆਪਸੀ ਲੜਾਈ ਆ। ਤੇ ਜਗਮੋਹਨ ਰਾਂ ਦਾ ਲੰਬਾ ਸਮਾਂ ਸਿਆਸਤ 'ਚ ਰਹੇ ਨੇ ਲੋਕ, ਤੇ ਇਹਨਾਂ ਨੇ ਜੱਦੀ ਪੁਸ਼ਤੀ ਆਪਣੇ ਬਣਾ ਲਏ ਨੇ ਕਿ ਸਾਡੀ ਸੀਟ ਹੈ। ਤੇ ਇਹੋ ਜਿਹੇ ਲੋਕਾਂ ਦਾ ਜਾਣਾ ਬਾਹਰ ਕੋਈ ਡਾ ਬੁਰਾ ਵੀ ਨਹੀਂ ਆ, ਮੈਂ ਵੇਖਾ ਤਾਂ ਬੁਰਾ ਤਾਂ ਨਾ ਤਾਂ ਕਾਂਗਰਸ ਨੂੰ ਉਹਦਾ ਕੋਈ ਫਰਕ ਪੈਂਦਾ। ਅੱਜ ਕੱਲ੍ਹ ਏਦਾਂ ਦਾ ਕਲਚਰ ਹੈ, ਨਾ ਜਗਮੋਹਨ ਕੰਗ ਨੂੰ ਨਾ ਮਹਿੰਦਰ ਸਿੰਘ ਕੇਪੀ ਨੂੰ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਸਾਰੇ ਜਿੱਥੇ ਮਰਜੀ ਜਦੋਂ ਮਰਜੀ ਚੱਲ ਜਾਂਦੇ ਆ। ਪਰ ਆਖਰੀ ਦਿਨ ਨੋਮੀਨੇਸ਼ਨ ਦੇ ਪਹਿਲਾਂ ਅਨਾਉਂਸ ਕੀਤਾ ਜਗਮੋਹਨ ਕੰਗ ਨੇ ਵੀ ਟਿਕਟ ਨਹੀਂ ਮਿਲੀ ਤਾਂ ਅਸੀਂ ਆਜ਼ਾਦ ਲੜਾਂਗੇ, ਮੇਰਾ ਮੁੰਡਾ ਆਜ਼ਾਦ ਲੜੂਗਾ। ਤੇ ਇੱਥੇ ਤਾਂ ਹੁਣ ਖਰੜ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ ਕੈਂਡੀਡੇਟ ਹੈ, ਜਿਹੜੀ ਸਿੰਗਰ ਆ, ਤੇ ਉਹ ਹੋ ਗਿਆ ਆਮ ਆਦਮੀ ਪਾਰਟੀ ਸ਼ਾਮਲ। ਕਿਹੜਾ ਹੁਣ ਲਾਰਾ ਮਿਲਿਆ ਉਹਨਾਂ ਨੂੰ ਉੱਥੋਂ ਆਮ ਆਦਮੀ ਪਾਰਟੀ ਚੋਂ, ਕੀ ਮਿਲੂਗਾ ਪਤਾ ਨਹੀਂ। ਹੁਣ ਦਿੱਲੀ ਜਾ ਕੇ ਸਿਆਸਤ ਕਰਨਗੇ ਕਿ ਖਰੜ ਤੋਂ ਤਾਂ ਟਿਕਟ ਦੀ ਦਾਅਵੇਦਾਰੀ ਤਾਂ ਖਤਮ ਹੀ ਹੋ ਗਈ, ਕਾਂਗਰਸ ਵੱਲੋਂ ਮਿਲੀ ਨਹੀਂ ਤੇ ਆਮ ਆਦਮੀ ਪਾਰਟੀ ਵੱਲੋਂ ਅਨਮੋਲ ਗਗਨ ਮਾਨ ਹੈ। ਕੀ ਸੋਚ ਕੇ ਜਾਂ ਕਿਹੜੇ ਸੌਦੇਬਾਜ਼ੀ ਚੋਂ ਗਏ ਆ? ਤਾਂ ਸੌਦੇਬਾਜ਼ੀ ਦੀ ਸਿਆਸਤ ਹੈ। ਤੇ ਬਾਕੀ ਦੇਖੋ ਕੀ ਬਣਦਾ। ਹਰ ਬੰਦਾ ਇੱਥੇ ਦਸਾਂਝ ਸਾਹਿਬ, ਲੋਕ ਮੰਤਰੀ ਦੇ ਅਹੁਦੇ ਤੱਕ ਪਹੁੰਚ ਜਾਂਦੇ ਪਰ ਹੁੰਦੇ ਬੜੇ ਬੌਣੇ ਆ, ਭਾਵੇਂ ਉਹ 7 ਫੁੱਟ ਲੰਬੇ ਹੀ ਹੋਣ। ਆਪਣੇ ਜਗਮੋਹਨ ਹੀਰੀ, ਮੈਨੂੰ ਯਾਦ ਹੈ ਬੀਬੀ ਭੱਠਲ ਵੇਲੇ ਉਹਨਾਂ ਦੇ ਸਾਥੀ ਹੀ ਉਹਨਾਂ ਨੂੰ ਮਖੌਲ ਕਰਿਆ ਕਰਦੇ ਸੀ। ਮੈਂ ਵੀ ਉਦੋਂ ਕਈ ਵਾਰ ਜਾਣਾ ਆਉਣਾ ਹੁੰਦਾ ਸੀ ਉੱਥੇ ਦੋਸਤਾਂ ਨਾਲ, ਤੇ ਉਹਨਾਂ ਨੂੰ ਦਰਬਾਨ ਕਿਹਾ ਜਾਂਦਾ ਸੀ, ਬੀਬੀ ਭੱਠਲ ਦਾ ਦਰਬਾਨ। ਕਿਸੇ ਨੂੰ ਖੁੰਡਾ ਫੜਾ ਕੇ ਬਾਹਰ ਖਿਲਾਰ ਛੱਡੋ, ਇਹ ਮੰਤਰੀ ਇਸੇ ਕਾਬਲ ਆ। ਤੇ ਸੋ ਇਹੋ ਜਿਹੇ ਵਿਅਕਤੀ ਸਿਆਸਤ 'ਚ ਆਉਂਦੇ ਰਹਿੰਦੇ ਜਾਂਦੇ ਰਹਿੰਦੇ। ਕੋਈ ਬਹੁਤ ਵੱਡੀ ਖਬਰ ਨਹੀਂ ਮੇਰੇ ਖਿਆਲ ਇਹੋ ਜਿਹਾ ਲੋਕਾਂ ਨੂੰ ਆਪਾਂ ਦੇਣੀ ਚਾਹੀਦੀ ਕਿ ਇਹਦੇ ਜਾਣ ਨਾਲ ਪੰਜਾਬ ਨੂੰ ਕੋਈ ਨੁਕਸਾਨ ਹੋ ਗਿਆ ਜਾਂ ਕਾਂਗਰਸ ਨੂੰ ਹੋ ਗਿਆ। ਕਾਂਗਰਸ ਤੇ ਖੈਰ ਨੁਕਸਾਨੀ ਵੀ ਜਾਵੇ ਤੇ ਸਾਡਾ ਕੀ ਜਾਂਦਾ ਹੈ, ਕਿਉਂਕਿ ਲੋਕਾਂ ਨੇ ਬੜਾ ਚਿਰ ਅਜਮਾ ਲਿਆ ਕਾਂਗਰਸ ਨੂੰ, ਸਮਾਂ ਕਾਫੀ ਹੋ ਗਿਆ। ਜਿੱਥੇ ਗਏ ਉਹਨਾਂ ਦਾ ਇਹ ਕੀ ਭਲਾ ਕਰਨਗੇ ਆਮ ਆਦਮੀ ਪਾਰਟੀ ਨੂੰ, ਜਿਹਨੂੰ ਅਸੀਂ ਕਹਿੰਦੇ ਬਦਲ ਦੇ ਤੌਰ ਤੇ ਪੇਸ਼ ਕਰਦੇ ਆ। 56 ਕੈਂਡੀਡੇਟ ਉਹਦੇ ਕੋਲ ਇਦਾਂ ਦੇ ਹੀ ਆ, ਜਗਮੋਹਨ ਕੰਗ ਕਰਕੇ। ਬਿਲਕੁਲ ਬਹੁਤ ਵਾਰ ਆਪਾਂ ਜ਼ਿਕਰ ਕੀਤਾ ਕਿ ਉਹਨਾਂ ਦੇ ਵੀ ਹਾਲਾਤ ਇਹ ਕਿ ਬਿਹਤਰ ਨਹੀਂ ਦੂਜੀਆਂ ਪਾਰਟੀਆਂ ਤੋਂ। ਬਿਲਕੁਲ ਠੀਕ ਕਹਿ ਰਹੇ ਆਪਾਂ। ਬਿਲਕੁਲ ਠੀਕ ਹੈ ਦਸਾਂਝ ਸਾਹਿਬ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਜੀ। ਮਿਹਰਬਾਨੀ।